अलर्ट टीवी देखने वाले सारे दर्शकों का बहुत बहुत स्वागत है प्रोग्राम इमीग्रेशन मैटर्स ਦੇ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਅੱਜ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਪੈਂਡੈਮਿਕ ਦੇ ਦੌਰਾਨ ਤੋਂ ਲੈ ਕੇ ਹੁਣ ਤੱਕ ਕਾਫੀ ਚੇਂਜਸ ਅਸੀਂ ਦੇਖਣ ਨੂੰ ਇਸ ਵਕਤ ਮਿਲ ਰਹੀਆਂ ਨੇ ਇਮੀਗ੍ਰੇਸ਼ਨ ਮੈਟਰਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਹਰ ਰੋਜ਼ ਨਵੀਆਂ ਅਪਡੇਸ਼ਨਸ ਆ ਰਹੀਆਂ ਨੇ ਸੋ ਇਸ ਵਕਤ ਤੁਹਾਡਾ ਕੋਈ ਪ੍ਰੋਸੈਸ ਲਗਾਇਆ ਹੋਇਆ ਤੁਹਾਡੀ ਕੋਈ ਐਪਲੀਕੇਸ਼ਨਸ ਦੀ ਪ੍ਰੋਸੈਸਿੰਗ ਚੱਲ ਰਹੀ ਹੈ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਜੁੜ ਚੁੱਕੇ ਨੇ ਜੀ ਵਰਲਡ ਗੇਟਵੇ ਇਮੀਗ੍ਰੇਸ਼ਨ ਤੋਂ ਵਿਨੀਪੈਗ ਤੋਂ ਮਿਸਟਰ ਜੋਰਾ ਕੈਨ ਤੇ ਬ੍ਰੈਂਪਟਨ ਤੋਂ ਇਸਪ੍ਰੀਤ ਜੀ ਟੋਰਾਂਟੋ ਆਫਿਸ ਤੋਂ ਅਸੀਂ ਇਨ ਦੋਵਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਜ਼ੋਰਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਤਰਨਜੀਤ ਥੈਂਕ ਯੂ ਇਸਪ੍ਰੀਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ थैंक यू जी ਜ਼ੋਰਾ ਜੀ ਅਸੀਂ ਜਿਵੇਂ ਦੇਖ ਰਹੇ ਹਾਂ ਕਿ ਲਗਾਤਾਰ ਨਵੀਆਂ ਅਪਡੇਸ਼ਨਸ ਇਸ ਵਕਤ ਸਾਹਮਣੇ ਆ ਰਹੀਆਂ ਨੇ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ ਬਾਰਡਰ ਹਾਲਾਂਕਿ ਯੂਐਸ ਦਾ ਨਵੰਬਰ ਤੱਕ ਲਈ ਐਕਸਟੈਂਡ ਕਰ ਦਿੱਤਾ ਗਿਆ ਕਿ ਬੰਦ ਕੀਤਾ ਜਾਏਗਾ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਗੱਲ ਕਰੀਏ ਕੀ ਨਵੀਂ ਪ੍ਰੋਗਰੈਸ ਇਸ ਵਕਤ ਸਾਹਮਣੇ ਆ ਰਹੀ ਹੈ ਤਰਨ ਜੀ ਇਮੀਗ੍ਰੇਸ਼ਨ ਦੇ ਵਿੱਚ ਜਦੋਂ ਕੋਵਿਡ ਕਰਕੇ ਕਾਫੀ ਚੇਂਜਸ ਆਈਆਂ ਨੇ ਜਿੱਦਾਂ ਕਈ ਵਰਕ ਪਰਮਿਟਸ ਨੇ ਬੜੇ ਜਿਹੜੇ ਐਸੈਂਸ਼ੀਅਲ ਵਰਕਰਸ ਨੇ ਉਹਨਾਂ ਦੇ ਜਿਹੜੇ ਵਰਕ ਪਰਮਿਟ ਨੇ ਬੜੇ ਥੋੜੇ ਟਾਈਮ ਦੇ ਵਿੱਚ ਪ੍ਰੋਸੈਸ ਹੋ ਰਹੇ ਨੇ ਤੇ ਇਮੀਗ੍ਰੇਸ਼ਨ ਦੇ ਵਿੱਚ ਚਾਹੇ ਉਹ ਬਾਇਓਮੈਟ੍ਰਿਕਸ ਦੀ ਐਗਜ਼ੈਂਪਸ਼ਨ ਤੋਂ ਲੈ ਕੇ ਮਤਲਬ ਬਹੁਤ ਜ਼ਿਆਦਾ ਚੇਂਜਸ ਆਏ ਨੇ ਇਮੀਗ੍ਰੇਸ਼ਨ ਦੇ ਵਿੱਚ ਜਾਂ ਟੈਂਪਰੇਰੀ ਜਿਹੜੇ ਵਰਕ ਪਰਮਿਟ ਐਪਲੀਕੇਸ਼ਨਸ ਲੱਗੀਆਂ ਹੋਈਆਂ ਉਹਨਾਂ ਨੂੰ ਟੈਂਪਰੇਰੀ ਅਲਾਉ ਕੀਤਾ ਗਿਆ ਹੈਗਾ ਟੈਂਪਰੇਰੀ ਜਿਹੜੀ ਪਾਲਿਸੀ ਹੈ ਇਮੀਗ੍ਰੇਸ਼ਨ ਦੀ ਉਹਦੇ ਮੁਤਾਬਕ ਤੇ ਮਤਲਬ ਦੇयर ਆਰ ਮੈਨੀ ਚੇਂਜਸ ਆਰ ਕਮਿੰਗ ਤੇ ਕਈ ਆ ਵੀ ਰਹੀਆਂ ਨੇ ਤੇ ਹੋਰ ਫਿਊਚਰ ਦੇ ਵਿੱਚ ਐਕਸਪੈਕਟਡ ਨੇ ਜੀ ਜੀ ਕੀ ਇਸ ਵਕਤ ਹਾਲਾਤ ਹੈਗੇ ਨੇ ਸਟੂਡੈਂਟਸ ਇੱਥੇ 80,000 ਦੇ ਕਰੀਬ ਪਹੁੰਚ ਚੁੱਕੇ ਨੇ ਤੇ ਉਹਨਾਂ ਦਾ ਇਸ ਵਕਤ ਕੀ ਸਭ ਤੋਂ ਜ਼ਿਆਦਾ ਫੋਕਸ ਕਿਸ ਚੀਜ਼ ਦੇ ਉੱਤੇ ਆ ਜਾਂ ਕਿਸ ਚੀਜ਼ ਨੂੰ ਲੈ ਕੇ ਇਸ ਵਕਤ ਉਹਨਾਂ ਦੇ ਦਿਲਾਂ ਦੇ ਵਿੱਚ ਡਰ ਸਮਾਇਆ ਹੋਇਆ ਵੈਲ ਅਗਰ ਆਪਾਂ ontario ਦੀ ਸਪੈਸੀਫਿਕਲੀ ਗੱਲ ਕਰੀਏ ਤਾਂ ਜਿੱਦਾਂ ontario ਦੇ ਵਿੱਚ ਕਾਲਜਸ ਸਾਰੇ ਕੈਨੇਡਾ ਤੋਂ ਜ਼ਿਆਦਾ ਹੈਗੇ ਨੇ ਐਂਡ ਮੋਸਟ ਆਫ ਦੇ ਸਟੂਡੈਂਟਸ ਨੇ ਜਿਹੜੇ ontario ਦੇ ਵਿੱਚ ਹੁੰਦੇ ਨੇ ਰਾਈਟ ਨਾਓ ਇਹ ਕੰਡੀਸ਼ਨ ਹੋਈ ਹੈ ਕਿ ਡਿਊ ਟੂ ਕੋਵਿਡ ਕਾਫੀ ਬਿਜ਼ਨੈਸਸ ਜਿਵੇਂ ਸ਼ਟ ਡਾਊਨ ਹੋ ਗਏ ਐਂਡ ਕਈ ਸਟੂਡੈਂਟਸ ਦੀਆਂ ਜੌਬਸ ਚਲੀਆਂ ਗਈਆਂ ਨੇ ਜਿਹਦੇ ਕਰਕੇ ਪਰਮਨੈਂਟ ਰੈਜ਼ੀਡੈਂਸੀ ਲਈ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਬਿਕੋਜ਼ ਜਿਨ੍ਹਾਂ ਦੀ ਐਲੀਜੀਬਿਲਟੀ ਬਣਦੀ ਵੀ ਸੀਗੀ ਉਹਨਾਂ ਕੋਲ ਜੌਬਸ ਸੀਗੀਆਂ ਉਹਨਾਂ ਦੀਆਂ ਜੌਬਸ ਚਲੀਆਂ ਗਈਆਂ ਨੇ ਉਸ ਚੀਜ਼ ਕਰਕੇ ਉਹਨਾਂ ਦੀ ਐਲੀਜੀਬਿਲਟੀ ਰਾਈਟ ਨਾਓ ਨਹੀਂ ਬਣ ਰਹੀ ਐਂਡ ਇਸ ਤੋਂ ਇਲਾਵਾ ਵਰਕ ਪਰਮਿਟ ਹੈ ਜਿਹੜਾ ਕਿ ਇੱਕ ਸਪੈਸੀਫਿਕ ਟਾਈਮ ਪੀਰੀਅਡ ਦਾ ਹੁੰਦਾ ਹੈ ਔਰ ਬੱਚਿਆਂ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਹੈ ਐਕਸਪਾਇਰੀ ਹੋਣ ਦੀ ਡੇਟ ਜਲਦੀ ਆ ਰਹੀ ਹੈ ਬਟ ਪਰਮਨੈਂਟ ਰੈਜ਼ੀਡੈਂਸੀ ਲਈ ਹਜੇ ਤੱਕ ਐਪਲੀਕੇਸ਼ਨਸ ਨਹੀਂ ਲਗਾ ਚੁੱਕੇ ਜੀ ਬਿਲਕੁਲ ਜ਼ੋਰਾ ਜੀ ਮੈਂ ਤੁਹਾਡੇ ਕੋਲ ਆਵਾਂ ਤਾਂ ਇਸ ਵਕਤ ਜਿਹੜਾ ਸਭ ਤੋਂ ਪ੍ਰਮੁੱਖ ਮੁੱਦਾ ਇਸ ਵਕਤ ਜਿਹੜੇ ਕੈਨੇਡਾ ਪਹੁੰਚੇ ਹੋਏ ਨੇ ਛਾਇਆ ਹੋਇਆ ਜੇ ਮੈਂ ਸਭ ਤੋਂ ਪਹਿਲਾਂ ਵਰਕ ਪਰਮਿਟ ਹੋਲਡਰਸ ਦੀ ਗੱਲ ਕਰਵਾਂ ਜੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ LMIA ਵੇਸਟ ਜਿਹੜੇ ਆ ਵਰਕ ਪਰਮਿਟ ਹੋਲਡਰਸ ਨੇ ਤੇ ਇੱਕ LMIA ਐਗਜ਼ੈਂਪਟ ਵਰਕ ਪਰਮਿਟ ਹੋਲਡਰਸ ਨੇ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਹੁਣ ਇਸ ਵਕਤ PR ਨੂੰ ਲੈ ਕੇ ਬਹੁਤ ਜ਼ਿਆਦਾ ਟੈਨਸ਼ਨਸ ਹੋ ਰਹੀਆਂ ਨੇ ਬਹੁਤ ਸਾਰੇ ਲੋਕ ontario ਤੋਂ BC ਵੱਲ ਨੂੰ ਮੂਵ ਹੋਏ ਸੀ ਕਿ ਸ਼ਾਇਦ ਉੱਥੇ ਜਾ ਕੇ PR ਦਾ ਕੁਝ ਹੋ ਜਾਏਗਾ ਬਟ PR ਨਹੀਂ ਹੋ ਪਾ ਰਹੇ ਹੈਗੇ ਕੀ ਕਾਰਨ ਹੈ ਐਸਾ ਤੇ ਇਸ ਦੇ ਬਾਰੇ ਵਿੱਚ ਸਾਨੂੰ ਜ਼ਰੂਰ ਦੱਸੋ ਕੋਈ ਜਾਣਕਾਰੀ ਦਿਓ ਦਰਸ਼ਕਾਂ ਨੂੰ ਤਰਨ ਜੀ ਸਾਲ 2016 ਤੋਂ ਲੈ ਕੇ 2019 ਤੱਕ ਅਪਰੋਕਸੀਮੇਟਲੀ 40 ਤੋਂ 60,000 ਅਪਰੋਕਸੀਮੇਟਲੀ ਵਿਜ਼ਟਰ ਆਏ ਸੀ ਕਿਉਂਕਿ ਉਸ ਟਾਈਮ ਟਰੂਡੋ ਗਵਰਨਮੈਂਟ ਨੇ ਵਿਜ਼ਟਰ ਵੀਜ਼ੇ ਬਹੁਤ ਜ਼ਿਆਦਾ ਇਸ਼ੂ ਕੀਤੇ ਸੀ ਤੇ ਉਹਦੇ ਵਿੱਚੋਂ ਅਪਰੋਕਸੀਮੇਟਲੀ ਜੀ 80% ਜਿਹੜੇ ਲੋਕ ਸੀ ਉਹਨਾਂ ਨੇ ਆਪਣੇ ਜਿਹੜੇ ਵਿਜ਼ਟਰ ਸਟੇਟਸ ਨੂੰ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾ ਲਿਆ ਤੇ ਉਹਦੇ ਵਿੱਚੋਂ ਜੀ ਅਪਰੋਕਸੀਮੇਟਲੀ ਜੋ ਸਾਡਾ ਐਨਾਲਾਈਜ਼ ਹੈਗਾ ਉਹਦੇ ਮੁਤਾਬਕ 60% ਹਜੇ ਵੀ ਸਫਰ ਕਰ ਰਹੇ ਨੇ ਕਿ ਉਹਨਾਂ ਦੇ ਪਰਮਨੈਂਟ ਰੈਜ਼ੀਡੈਂਸੀ ਤੱਕ ਨਹੀਂ ਪਹੁੰਚ ਪਾਏ ਫੋਰ ਐਗਜ਼ਾਮਪਲ ਜੇ ਕਿਸੇ ਨੇ ਕਾਰਪੈਂਟਰ ਦਾ ਵਰਕ ਪਰਮਿਟ ਲੈ ਲਿਆ ਸੀ BC ਦੇ ਵਿੱਚੋਂ ਜਾਂ ਫਾਰਮ ਵਰਕਰ ਦਾ ਲੈ ਲਿਆ ਸੀ ਉਸ ਟਾਈਮ ਦੌਰਾਨ ਜਾਂ ਜੇ ਆਪਾਂ LMIA ਐਗਜ਼ੈਂਪਟ ਦੀ ਗੱਲ ਕਰੀਏ ਕਿਸੇ ਗ੍ਰੰਥੀ ਦਾ ਲੈ ਲਿਆ ਸੀ ਜਾਂ ਪੁਜਾਰੀ ਦਾ ਵਰਕ ਪਰਮਿਟ ਲੈ ਲਿਆ ਸੀ ਤੇ ਉਹ ਹਜੇ ਵੀ ਪਿਛਲੇ ਅਪਰੋਕਸੀਮੇਟਲੀ ਮੈਂ ਕਹਿ ਸਕਦਾ ਵੀ 4 ਤੋਂ 6 ਸਾਲਾਂ ਦੇ ਵਿਚਕਾਰ ਕਈ ਇਦਾਂ ਦੇ ਲੋਕ ਨੇ ਜਿਹੜੇ ਸਟਿਲ ਸਫਰ ਕਰ ਰਹੇ ਨੇ ਕਿ ਹਜੇ ਤੱਕ ਉਹਨਾਂ ਦੀ ਪਰਮਨੈਂਟ ਰੈਜ਼ੀਡੈਂਸੀ ਨਹੀਂ ਹੋ ਰਹੀ ਪਰ ਕਈਆਂ ਨੂੰ ਉਮੀਦ ਸੀ ਜਿੱਦਾਂ ਸਾਡੇ ਬ੍ਰੈਂਪਟਨ ਆਫਿਸ ਦੇ ਵਿੱਚ ਮੈਡਮ ਨੇ ਦੱਸਿਆ ਪਰ ਕੋਵਿਡ ਕਰਕੇ ਉਹਨਾਂ ਦੀਆਂ ਜੌਬਸ ਚਲੀਆਂ ਗਈਆਂ ਕੋਵਿਡ ਕਰਕੇ ਉਹਨਾਂ ਦਾ ਜਿਹੜਾ ਇਮੀਗ੍ਰੇਸ਼ਨ ਦੀ ਬੇਸਿਕਲੀ ਹੋਪ ਸੀ ਉਹ ਕਿਤੇ ਨਾ ਕਿਤੇ ਖਤਮ ਹੋ ਗਈ ਆ ਕਿ ਵੀ ਜਿਹੜੇ ਉਹਨਾਂ ਦੇ EMPLOYER ਸੀ ਜਾਂ ਤਾਂ ਉੱਥੇ ਜੌਬ ਹੀ ਨਹੀਂ ਰਹੀ ਜਾਂ ਕਈ ਕੇਸਾਂ ਦੇ ਵਿੱਚ ਉਹ EMPLOYER ਬੇਸਿਕਲੀ ਸ਼ਟ ਡਾਊਨ ਹੀ ਹੋ ਗਿਆ ਰੈਸਟੋਰੈਂਟ ਬੰਦ ਹੀ ਹੋ ਗਿਆ ਤੇ ਉਦਾਂ ਦੇ ਜਿਹੜੇ ਇੰਡੀਵਿਜੂਅਲ ਨੇ ਜੀ BC ਦੇ ਵਿੱਚ ਵੀ ਬਹੁਤ ਜ਼ਿਆਦਾ ਨੇ ਤੇ ontario ਦੇ ਵਿੱਚ ਵੀ ਨੋ ਡਾਊਟ ਬਹੁਤ ਜ਼ਿਆਦਾ ਨੇ ਬਿਲਕੁਲ ਤੇ ਇਹਨਾਂ ਦੇ ਲਈ ਹੁਣ ਜਿਵੇਂ ਤੁਸੀਂ ਗੱਲ ਕਰ ਰਹੇ ਕਿ ਹੈਗੇ ਬਹੁਤ ਜ਼ਿਆਦਾ ਨੇ ਪਰ PR ਦਾ ਰਸਤਾ ਕਿਵੇਂ ਖੜਾ ਹੋਵੇ ਦੇਖੋ ਤਰਨ ਜੀ PR ਦਾ ਜਿਹੜਾ ਪਰਮਨੈਂਟ ਰੈਜ਼ੀਡੈਂਸੀ ਹੈਗੀ ਉਹ ਕੇਸ ਟੂ ਕੇਸ ਸਿਨੈਰੀਓ ਹੈਗਾ ਜੇ ਕਿਸੇ ਦਾ ਲੈਟਸ ਸੇ
ਲੈਟਸ ਸੇ ਕੋਈ ਹਸਬੈਂਡ ਵਾਈਫ ਆਏ ਸੀ ਇੰਡੀਆ ਤੋਂ 2018 ਦੇ ਵਿੱਚ, ਠੀਕ ਹੈ, ਤੇ ਹਸਬੈਂਡ ਨੇ ਆ ਕੇ ਫਾਰਮ ਸੁਪਰਵਾਈਜ਼ਰ ਦਾ ਵਰਕ ਪਰਮਿਟ ਲੈ ਲਿਆ BC ਦੇ ਵਿੱਚ, ਠੀਕ ਹੈ ਜੀ, ਤੇ ਸਪਾਊਸ ਕੋਲੇ ਓਪਨ ਵਰਕ ਪਰਮਿਟ ਹੈਗਾ ਜਦੋਂ ਤੱਕ ਉਸ ਵਰਕ ਪਰਮਿਟ ਦੀ ਲੈਂਥ ਹੈਗੀ, ਲੈਟਸ ਸੇ ਉਹ 2021 ਦੇ ਸਤੰਬਰ ਤੱਕ ਹੈਗਾ। ਸੋ 2000 ਸਤੰਬਰ ਦੇ 21 ਤੱਕ ਸਪਾਊਸ ਕੋਲੇ ਮਤਲਬ ਕਾਰਪੈਂਟਰ ਦਾ ਵਰਕ ਪਰਮਿਟ ਹੈਗਾ, ਤੇ ਦੂਸਰੇ ਸਪਾਊਸ ਕੋਲੇ ਉਦੋਂ ਤੱਕ ਓਪਨ ਹੈਗਾ। ਉਹ ਉੱਥੇ BC ਦੇ ਵਿੱਚ ਟਰਾਈ ਕਰ ਰਹੇ ਨੇ ਕਿ ਵੀ ਉਹਨਾਂ ਦੇ ਪੁਆਇੰਟਸ ਬਣ ਜਾਣ, ਬਟ ਪੁਆਇੰਟ ਉਹਨਾਂ ਦੇ ਕਿਤੇ ਨਾ ਕਿਤੇ ਜਾਂ 85 90 ਜਾਂ ਬਿਲੋ 100 ਰਹਿ ਜਾਂਦੇ ਨੇ, ਜਿਸ ਕਰਕੇ ਉੱਥੇ ਉਹਨਾਂ ਦਾ ਪੂਲ ਦੇ ਵਿੱਚੋਂ ਸਿਸਟਮ ਦੇ ਵਿੱਚੋਂ ਨਿਕਲਣਾ ਬਹੁਤ ਜ਼ਿਆਦਾ ਟਫ ਹੋਇਆ ਪਿਆ ਹੈਗਾ। ਠੀਕ ਹੈ ਜੀ, ਸੇਮ ਸਿਨਾਰੀਓ ਹੈਗਾ ਜੇ ਕੋਈ ontario ਦੇ ਵਿੱਚ ਏਦਾਂ ਹੈਗਾ ਕਿ ontario PNP ਕਿਸੇ ਕਦੇ 15-20 ਮਿੰਟ ਲਈ ਖੁੱਲਦੀ ਹੈ ਔਰ ਕਦੇ ਪਤਾ ਹੀ ਨਹੀਂ ਲੱਗਦਾ ਕਦੋਂ ਖੁੱਲੀ ਸੀ ਤੇ ਕਦੋਂ ਬੰਦ ਹੋ ਗਈ ਹੈ, ਠੀਕ ਹੈ ਜੀ। ਤੇ ਉਦਾਂ ਦੇ ਇੰਡੀਵਿਜੂਅਲ ਕੀ ਕਰ ਸਕਦੇ ਨੇ, ਸਾਡੇ ਆਫਿਸ ਨੂੰ ਕੰਟੈਕਟ ਕਰ ਲੈਣ। ਸਾਡੇ ਕੋਲ ਇਦਾਂ ਦੇ ਵੇਰੀਅਸ ਪ੍ਰੋਗਰਾਮ ਹੈਗੇ ਨੇ ਇਨ ਮੈਨੀਟੋਬਾ ਐਂਡ ਕਈ ਹੋਰ ਪ੍ਰੋਵਿੰਸ ਜਿਵੇਂ ਸਸਕੈਚੁਅਨ ਦੇ ਵਿੱਚ, ਜਿਹਦੇ ਵਿੱਚ ਜਾ ਕੇ ਅਸੀਂ ਉਹਨਾਂ ਦੀ ਪੂਰੀ ਤਰ੍ਹਾਂ ਹੈਲਪ ਕਰ ਸਕਦੇ ਹਾਂ ਐਜ਼ ਲੌਂਗ ਐਜ਼ ਦੇ ਆਰ ਵਿਲਿੰਗ ਟੂ ਸਟੇ ਇਨ ਦੈਟ ਪਾਰਟਿਕੂਲਰ ਪ੍ਰੋਵਿੰਸ। ਤੇ ਉਹਨਾਂ ਦੀ ਜਿਹੜੀ ਆਇਲਟਸ ਦੀ ਰਿਕੁਆਇਰਮੈਂਟ ਹੈ ਜੀ, ਉਹ ਵੀ ਆਮ ਤੌਰ ਤੇ CLB 5 ਹੁੰਦੀ ਹੈ। CLB 5 ਜਦੋਂ ਮੈਂ ਕਹਿ ਰਿਹਾ ਜੀ, ਤਾਂ ਲਿਸਨਿੰਗ ਦੇ ਵਿੱਚੋਂ 5 ਤੇ ਰੀਡਿੰਗ ਦੇ ਵਿੱਚੋਂ 4 ਤੇ ਰਾਈਟਿੰਗ ਤੇ ਸਪੀਕਿੰਗ ਦੇ ਵਿੱਚੋਂ 5 ਬੈਂਡ, ਤੇ ਉਹ ਕੁਆਲੀਫਾਈ ਕਰ ਸਕਦੇ ਨੇ। ਸੋ ਜਿਹੜੀ ਦੂਸਰੀ ਕੈਟਾਗਰੀ ਹੋ ਜਾਂਦੀ ਹੈ ਜੀ, ਜਿਹਦੇ ਵਿੱਚ ਸਪਾਊਸ ਲੈਟਸ ਸੇ ਕਿ ਵੀ NOC ਦਾ ਵਰਕ ਪਰਮਿਟ ਲਿਆ ਜੀ, NOC ਦਾ ਵਰਕ ਪਰਮਿਟ ਦਾ ਮਤਲਬ ਲੈਟਸ ਸੇ ਫਾਰਮ ਵਰਕਰ ਦਾ ਵਰਕ ਪਰਮਿਟ ਲੈ ਲਿਆ, ਤੇ ਸਪਾਊਸ ਨੂੰ ਸਟੇ ਉਦੋਂ ਤੱਕ ਮਿਲ ਗਈ ਜਦ ਤੱਕ ਉਹਦੇ ਸਪਾਊਸ ਦਾ ਮਤਲਬ ਵਰਕ ਪਰਮਿਟ ਹੈਗਾ ਫਾਰਮ ਵਰਕਰ ਦਾ, ਠੀਕ ਹੈ ਜੀ। ਤੇ ਸਪਾਊਸ ਕੋਲੇ ਲੈਟਸ ਸੇ ਬੈਚਲਰ ਡਿਗਰੀ ਆ ਜਾਂ +2 ਹੀ ਹੈਗੀ ਆ, ਤੇ ਉਹ 5 ਬੈਂਡ ਜਾਂ ਲੈਣ ਦੀ ਸਮਰੱਥਾ ਰੱਖਦੇ ਨੇ, ਜਾਂ ਐਟਲੀਸਟ ਐਟ ਮਿਨੀਮਮ ਉਹ ਸਪੀਕਿੰਗ ਕਰ ਸਕਦੇ ਨੇ। ਆਫਿਸਰ ਨੂੰ ਐਟ ਦਾ ਟਾਈਮ ਆਫ ਇੰਟਰਵਿਊ ਉਹ ਕਨਵਿੰਸ ਕਰ ਸਕਦੇ ਨੇ ਅਬਾਊਟ ਉਹਨਾਂ ਦੀ ਜੌਬ ਬਾਰੇ, ਅਬਾਊਟ ਉਹਨਾਂ ਦੀ ਐਜੂਕੇਸ਼ਨ ਬਾਰੇ, ਅਬਾਊਟ ਸਾਡੀ ਫੈਮਿਲੀ ਬਾਰੇ। ਤਾਂ ਆਪਾਂ ਆਇਲਟਸ ਦੀ ਐਕਸੈਪਸ਼ਨ ਵੀ ਅਪਲਾਈ ਕਰਕੇ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਮਤਲਬ ਦਵਾਈ ਜਾ ਸਕਦੀ ਹੈ, ਠੀਕ ਹੈ ਜੀ। ਕੁਝ ਦੀ ਤੁਸੀਂ ਐਗਜ਼ਾਮਪਲ ਦਿੱਤੀ ਆ, ਮੈਨੀਟੋਬਾ ਹੋ ਗਿਆ, ਤਾਂ ਤੁਸੀਂ ਮੈਨੀਟੋਬਾ ਨੂੰ ਹੀ ਸਪੈਸ਼ਲੀ ਕਿਉਂ ਕਹਿ ਰਹੇ ਹੋ ਕਿ ਇੱਥੇ ਜਿਹੜੇ ਕੋਰਸਿਸ ਵਗੈਰਾ ਨੇ ਜਾਂ ਇਸ ਵਕਤ ਜੌਬਸ ਓਪਰਚੁਨਿਟੀਜ਼ ਕੀ ਇੱਥੇ ਜ਼ਿਆਦਾ ਨੇ? ਮੈਨੀਟੋਬਾ ਦੇ ਵਿੱਚ ਜੀ ਦੇਖੋ, ਨੰਬਰ 1 ਕੋਵਿਡ ਕਰਕੇ ਮੈਨੀਟੋਬਾ ਲੀਸਟ ਹਿੱਟ ਹੋਇਆਗਾ ਕੋਵਿਡ ਦੇ ਵਿੱਚ, ਨਾਟ ਅਨਲਾਈਕ ਕੁਬੈਕ ਜਾਂ ontario ਜਾਂ BC। ਮੈਨੀਟੋਬਾ ਦੇ ਵਿੱਚ ਕੋਰੋਨਾ ਵਾਇਰਸ ਦਾ ਇਫੈਕਟ ਸਭ ਤੋਂ ਘੱਟ ਰਿਹਾਗਾ, ਤੇ ਇਸ ਕਰਕੇ ਜਿਹੜੀ ਜੌਬ ਓਪਰਚੁਨਿਟੀਜ਼ ਨੇ ਇੰਨੀਆਂ ਬੈਡਲੀ ਇਫੈਕਟ ਨਹੀਂ ਹੋਈਆਂ ਮੈਨੀਟੋਬਾ ਦੇ ਵਿੱਚ। ਸੋ ਜੌਬ ਓਪਰਚੁਨਿਟੀਜ਼ ਸਟਿਲ ਬਹੁਤ ਵਧੀਆ ਨੇ, ਤੇ ਐਜ਼ ਲੌਂਗ ਐਜ਼ ਜਿਹੜਾ ਵੀ ਇੰਡੀਵਿਜੂਅਲ ਇੱਥੇ ਮੈਨੀਟੋਬਾ ਦੇ ਵਿੱਚ ਆਉਣਾ ਚਾਹੁੰਦਾ ਹੈਗਾ, ਟਾਰਗੇਟ ਸਿਰਫ ਵਿਨੀਪੈਗ ਨਾ ਕਰੇ, ਟਾਰਗੇਟ ਉਹ ਸਾਰਾ ਮੈਨੀਟੋਬਾ ਕਰੇ, ਦੈਨ ਦੇਰ ਆਰ ਮੈਨੀ ਜੌਬ ਓਪਰਚੁਨਿਟੀਜ਼ ਅਵੇਲੇਬਲ, ਤੇ ਜਿਹਦੇ ਵਿੱਚ ਤੁਸੀਂ ਜੌਬ ਕਰਕੇ ਕਈ ਕੇਸਾਂ 'ਚ ਤੁਸੀਂ 6 ਮਹੀਨੇ ਜੌਬ ਕਰਕੇ ਔਰ ਕਈ ਕੇਸਾਂ ਦੇ ਵਿੱਚ ਤੁਸੀਂ 1 ਸਾਲ ਜੌਬ ਕਰਕੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਲੈ ਸਕਦੇ ਜੀ। ਤੁਸੀਂ ਜੌਬਸ ਦੀ ਗੱਲ ਕੀਤੀ, ਮੈਂ ਇਹਨਾਂ ਦੇ ਉੱਤੇ ਵੀ ਆਉਂਗੀ, ਪਰ ਮੈਂ ਇਸ ਜੀ ਨੂੰ ਇੱਥੇ ਇੱਕ ਕੁਐਸਚਨ ਜ਼ਰੂਰ ਪੁੱਟ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਇਸ ਵਕਤ ਸਟੂਡੈਂਟਸ ਨੇ ਉਹ ਵਰਕ ਪਰਮਿਟ ਜਿਹੜਾ ਇਸ ਵਕਤ ਆਪਾਂ ਇਹ ਬਹੁਤ ਸੋਚ ਰਹੇ ਹਾਂ ਕਿ ਆਨਲਾਈਨ ਕਲਾਸਿਸ ਚੱਲ ਰਹੀਆਂ ਨੇ, ਕਈ ਸਟੂਡੈਂਟਸ ਜਿਹੜੇ ਇੱਥੇ ਆਉਣਾ ਚਾਹੁੰਦੇ ਨੇ ਕਿ ਅਜੇ ਵੀ ਉਹਨਾਂ ਉੱਤੇ ਰਿਸਟ੍ਰਿਕਸ਼ਨਸ ਹੈਗੀਆਂ ਨੇ, ਜੇ ਹੈਗੀਆਂ ਨੇ ਤਾਂ ਕਿਹੜੇ ਸਟੂਡੈਂਟਸ ਤੇ ਰਿਸਟ੍ਰਿਕਸ਼ਨਸ ਹੈਗੀਆਂ ਤੇ ਕਿਹੜੇ ਇੱਥੇ ਆ ਸਕਦੇ? ਵੈਲ ਸਪੈਸੀਫਿਕਲੀ ਜਿਨ੍ਹਾਂ ਦਾ ਸਟੱਡੀ ਪਰਮਿਟ 18 ਮਾਰਚ 2020 ਤੋਂ ਪਹਿਲਾਂ ਦਾ ਅਪਰੂਵ ਹੋਇਆ ਹੈ, ਉਹ ਸਟੂਡੈਂਟਸ ਇੱਥੇ ਆ ਸਕਦੇ ਨੇ। ਉਸ ਤੋਂ ਬਿਨਾ ਜਿਹੜੇ ਕਾਲਜਸ ਹੈਗੇ ਨੇ, ਕਈ ਕਾਲਜਸ ਜਿਹੜੇ ਆਨਲਾਈਨ ਕਲਾਸਿਸ ਨਹੀਂ ਲਗਾ ਰਹੇ ਹੈਗੇ, ਔਰ ਕਈ ਕੋਰਸਿਸ ਇਦਾਂ ਦੇ ਹੈਗੇ ਨੇ ਜਿਹਦੇ ਵਿੱਚ ਵਰਕ ਪ੍ਰੈਕਟਿਕਮ ਜਾਂ ਪ੍ਰੈਕਟੀਕਲ ਨੌਲੇਜ ਜ਼ਰੂਰੀ ਆ। ਉਸ ਕੈਟੇਗਰੀ ਨੂੰ ਬਿਲੋਂਗ ਕਰਦੇ ਸਟੂਡੈਂਟਸ ਨੇ, ਉਹ ਇੱਥੇ ਆ ਸਕਦੇ ਨੇ, ਪ੍ਰੋਵਾਈਡਡ ਉਹੀ ਹੈ ਕਿ ਪੋਰਟ ਆਫ ਐਂਟਰੀ ਦੇ ਉੱਤੇ ਉਹਨਾਂ ਨੂੰ ਆਪਣੇ ਕਾਲਜ ਦੀ ਲੈਟਰ ਸ਼ੋ ਕਰਨੀ ਪਏਗੀ ਕਿ ਉਹਨਾਂ ਦਾ ਇੱਥੇ ਆਉਣਾ ਅਸੈਂਸ਼ੀਅਲ ਹੈ, ਪਲੱਸ 14 ਡੇਜ਼ ਦਾ ਜਿਹੜਾ ਕੁਆਰੰਟਾਈਨ ਪੀਰੀਅਡ ਮੈਂਡੇਟਰੀ ਹੈ ਗਵਰਨਮੈਂਟ ਵੱਲੋਂ, ਉਹ ਪਲਾਨ ਸ਼ੋ ਕਰਕੇ ਉਹ ਸਟੂਡੈਂਟਸ ਇੱਥੇ ਆ ਸਕਦੇ ਨੇ। ਕਈ ਐਦਾਂ ਵੀ ਕਿਹਾ ਜਾ ਰਿਹਾ ਸੀਗਾ ਕਿ ਜਿਨ੍ਹਾਂ ਦੇ ਕੋਲ ਇਸ ਵਕਤ ਇੰਟਰਨੈਟ ਐਕਸੈਸ ਨਹੀਂ ਹੈਗਾ, ਉਹ ਵੀ ਕਾਲਜ ਤੋਂ ਲੈਟਰ ਲੈ ਕੇ ਤੇ ਕੁਝ ਆਪਣੇ ਪ੍ਰੂਫ ਲੈ ਕੇ ਆ ਸਕਦੇ ਨੇ, ਪਰ ਇਹ ਵੀ ਦੇਖਣ ਨੂੰ ਮਿਲ ਰਿਹਾ ਕਿ ਕਾਲਜਸ ਅੱਜ ਕੱਲ੍ਹ ਲੈਟਰਸ ਈਜ਼ੀਲੀ ਜਿਹੜਾ ਇਸ਼ੂ ਨਹੀਂ ਕਰ ਰਹੇ ਹੈਗੇ, ਅਜਿਹੇ ਵਿੱਚ ਸਟੂਡੈਂਟਸ ਕੀ? ਵੈਲ ਸਾਰੇ ਕਾਲਜਸ ਨਹੀਂ ਇੱਦਾਂ ਦੇ ਹੈਗੇ ਜਿਹੜੇ ਨਹੀਂ ਲੈਟਰ ਇਸ਼ੂ ਕਰ ਰਹੇ, ਮੋਸਟ ਆਫ ਦ ਕਾਲਜਸ ਕਰ ਰਹੇ ਨੇ, ਬਟ ਸਟਿਲ ਅਗਰ ਸਟੂਡੈਂਟਸ ਨੂੰ ਇੱਦਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ ਕਿ ਨਹੀਂ ਉਹਨਾਂ ਦੇ ਕਾਲਜ ਇਸ਼ੂ ਕਰ ਰਹੇ ਹੈਗੇ ਲੈਟਰ, ਐਂਡ ਸਟਿਲ ਉਹਨਾਂ ਦਾ ਇੰਟਰਸਟ ਹੈਗਾ ਕਿ ਉਹਨਾਂ ਨੇ ਐਨੀ ਹਾਊ ਆਉਣਾ ਹੀ ਹੈ ਕੈਨੇਡਾ 'ਚ ਆ ਕੇ ਸਟੱਡੀ ਕਰਨੀ ਹੈ, ਕਿ ਉਹ ਇੰਡੀਆ ਤੋਂ ਜਾਂ ਕਿਸੇ ਵੀ ਓਵਰਸੀਜ਼ ਕੰਟਰੀਜ਼ ਤੋਂ ਨਹੀਂ ਕਰ ਸਕਦੇ, ਫਿਰ ਉਹ ਸਾਨੂੰ ਕੰਟੈਕਟ ਕਰ ਸਕਦੇ ਨੇ। ਅਸੀਂ ਉਹਨਾਂ ਨੂੰ ਉੱਦਾਂ ਦੇ ਕਾਲਜ ਦੇ ਵਿੱਚ ਐਡਮਿਸ਼ਨ ਕਰਾ ਸਕਦੇ ਹਾਂ ਕਿ ਜਿਹੜਾ ਉਹਨਾਂ ਨੂੰ ਲੈਟਰ ਵੀ ਦੇਗਾ ਪਲੱਸ ਸਪੋਰਟ ਕਰੇਗਾ ਕਿ ਉਹ ਕੈਨੇਡਾ ਦੇ ਵਿੱਚ ਆ ਜਾਣ। ਬਿਲਕੁਲ, ਇੱਕ ਕਾਲਰ ਸਾਡੇ ਨਾਲ ਪਹਿਲਾਂ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਪਲੀਜ਼ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਵਿੱਚੋਂ ਘੱਟ ਕਰ ਦਿਓ। ਓਕੇ,
हाँ जी, ਕਿੱਥੋਂ ਬੋਲ ਰਹੇ ਹੋ ਜੀ ਤੁਸੀਂ? मैं सरी तो गल कर रही हूँ डीसी तो। ਜੀ ਦੱਸੋ ਕੀ ਸਵਾਲ ਹੈ ਤੁਹਾਡਾ? मैंने ये पूछना, मेरा इतने वर्क परमिट एक्सपायर हो गया, तो मैं अंटोरियो ਦੇ ਵਿੱਚ ਜਾਂ ਵਿਨੀਪੈਗ ਦੇ ਵਿੱਚ ਮੈਂ ਐਲੀਜੀਬਲ ਹੈਗੀ ਹਾਂ ਪੀਆਰ ਲਈ, ਬਿਕਾਜ਼ ਮੈਂ ਹੁਣ ਨਵੇਂ ਸਿਰੇ ਤੋਂ ਲੈਣੀ ਹੈ ਐਡਮਿਨਿਸਟ੍ਰੇਟਿਵ ਅਸਿਸਟੈਂਟ ਦੀ ਐਲਐਮਆਈ ਤੇ ਉਹਦੇ ਵਿੱਚ ਕੋਈ ਪੁਆਇੰਟ ਸਿਸਟਮ ਆ, ਬਿਕਾਜ਼ ਬੀਪੀ ਦੇ ਵਿੱਚ ਤਾਂ ਪੁਆਇੰਟ ਸਿਸਟਮ ਆ ਤੇ ਬਹੁਤ ਹਾਰਡ ਹੈ ਪੀਆਰ ਕਰਨਾ। तो अगर मैं मूव होवा तो कुछ मैं कर सकती हूँ पॉइंट सिस्टम तो बिना विनीपेग ਜਾਂ ਟੋਰਾਂਟੋ ਚ ਹੈਗਾ ਕੋਈ ਇਸ ਤਰ੍ਹਾਂ ਦਾ? ਜੀ ਜ਼ੋਰਾ ਜੀ ਤੁਹਾਨੂੰ ਸਵਾਲ ਸੁਣ ਗਿਆ ਹੈ ਕਿ ਰਿਪੀਟ ਕੀਤਾ ਜਾਵੇ? ਨਹੀਂ, ਮੈਨੂੰ ਤੁਸੀਂ ਰਿਪੀਟ ਕਰ ਦਿਓ ਤਰਨ ਜੀ ਇਹਦਾ ਕਹਿਣਾ ਹੈ ਕਿ ਇਸ ਵਕਤ ਇਹ ਸਰੀ ਦੇ ਵਿੱਚ ਨੇ ਤੇ ਇਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਹੈ ਤੇ ਇਹ ਹੁਣ ਮੂਵ ਹੋਣਾ ਚਾਹੁੰਦੇ ਨੇ ਉੱਥੋਂ ਤੇ ਇਸ ਵਕਤ ਜਿਹੜੀ ਉਹਨਾਂ ਨੇ ਮੈਮ ਤੁਸੀਂ ਕਿਸ ਕੈਟਾਗਰੀ ਵਿੱਚ ਕਹਿ ਰਹੇ ਸੀ ਵਰਕ ਪਰਮਿਟ ਲੈਣ ਲਈ? ਐਡਮਿਨ ਅਸਿਸਟੈਂਟ। ਐਡਮਿਨ ਅਸਿਸਟੈਂਟ ਦੀ ਗੱਲ ਕਰ ਰਹੇ ਨੇ ਕਿ ਜੇਕਰ ਇਹਨਾਂ ਨੂੰ ਮਿਲ ਜਾਂਦਾ ਹੈ ਤਾਂ ਕੀ ਇਹਨਾਂ ਲਈ ਪੋਸੀਬਲ ਹੋਏਗਾ ਕਿਸੇ ਹੋਰ ਪ੍ਰੋਵਿੰਸ ਵਿੱਚ ਮੂਵ ਹੋ ਕੇ, ਖਾਸ ਤੌਰ ਤੇ ਓਨਟਾਰੀਓ ਜੇ ਮੂਵ ਹੋਣਾ ਚਾਹੁੰਦੇ ਨੇ ਕਿ ਓਨਟਾਰੀਓ ਜਾਂ ਵਿਨੀਪੈਗ ਵਿੱਚ ਮੂਵ ਹੋਣ ਤੇ ਇਹਨਾਂ ਨੂੰ ਪੀਆਰ ਈਜ਼ੀਲੀ ਮਿਲ ਸਕਦੀ ਹੈ? ਹਾਂਜੀ, ਆਪਾਂ ਟੀਵੀ ਸਕਰੀਨ ਤੇ ਆਨਸਰ ਦੇਈਏ ਇਹਨਾਂ ਨੂੰ। ਜੀ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਦੇਖੋ, ਇਹਨਾਂ ਦੇ ਕੋਲ ਜੀ ਵਰਕ ਪਰਮਿਟ ਇਹਨਾਂ ਦਾ ਆਲਰੇਡੀ ਐਕਸਪਾਇਰ ਹੋਇਆ ਐਡਮਿਨ ਅਸਿਸਟੈਂਟ ਦਾ ਇਹਨਾਂ ਕੋਲ ਪਾਸ ਦੇ ਵਿੱਚ ਹੈਗਾ ਸੀ ਤੇ ਜੇ ਇਹ ਮੈਨੀਟੋਬਾ ਦੇ ਵਿੱਚ ਇਹਨਾਂ ਨੂੰ ਕੋਈ ਐਡਮਿਨ ਲੈਵਲ ਦੀ ਪੋਜੀਸ਼ਨ ਮਿਲਦੀ ਆ ਤੇ ਬੇਸਿਕਲੀ ਇਹ ਇੱਥੇ 6 ਮਹੀਨੇ ਕੰਮ ਕਰਕੇ ਅਪਲਾਈ ਕਰ ਸਕਦੇ ਨੇ ਅੰਡਰ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ। ਠੀਕ ਹੈ ਜੀ। ਵਿਦ ਰਿਗਾਰਡ ਟੂ ਓਨਟਾਰੀਓ ਪੀਐਨਪੀ, ਐਜ਼ ਆਪਾਂ ਪਹਿਲਾਂ ਡਿਸਕਸ ਕਰਕੇ ਹਟੇ ਜੀ ਕਿ ਓਨਟਾਰੀਓ ਪੀਐਨਪੀ ਬੜੇ ਸ਼ਾਰਟ ਪੀਰੀਅਡ ਵਾਸਤੇ ਖੁੱਲਦੀ ਆ, ਸੋ ਉਹ ਕਿਤੇ ਨਾ ਕਿਤੇ ਮੇਰੀ ਰਿਕਮੈਂਡੇਸ਼ਨ ਨਹੀਂ ਹੈਗੀ ਕਿ ਤੁਸੀਂ ਓਨਟਾਰੀਓ ਦੇ ਵਿੱਚ ਇਨਫੈਕਟ ਟਰਾਈ ਕਰੋ। ਕੁਐਸਚਨਸ ਇਸ ਵਕਤ ਦਰਸ਼ਕਾਂ ਦੇ ਵੱਲੋਂ ਆ ਰਹੇ ਨੇ ਸਾਨੂੰ ਫੇਸਬੁੱਕ ਦੇ ਉੱਤੇ ਵੀ। ਅਸੀਂ ਆਪਣੇ ਦਰਸ਼ਕਾਂ ਨੂੰ ਹੀ ਜ਼ਰੂਰ ਕਵਾਂਗੇ ਕਿ ਕੋਸ਼ਿਸ਼ ਕਰੋ ਕਿ ਤੁਸੀਂ ਕਮੈਂਟ ਦੀ ਜਗ੍ਹਾ ਤੇ ਜੇ ਫੋਨ ਕਰੋ, ਕਿਉਂਕਿ ਕਮੈਂਟਸ ਦੇ ਵਿੱਚ ਪੂਰੀ ਜਾਣਕਾਰੀ ਨਹੀਂ ਹੁੰਦੀ ਤੁਹਾਡੀ, ਸੋ ਕੋਸ਼ਿਸ਼ ਕਰੋ ਤੁਸੀਂ ਜੇਕਰ ਫੋਨ ਦੇ ਉੱਤੇ ਸਾਨੂੰ ਰਾਬਤਾ ਕਾਇਮ ਕਰ ਸਕੋ ਤਾਂ। ਸਰ ਮੈਂ ਗੱਲ ਕਰਾਂ ਹੁਣ ਤੁਹਾਡੇ ਵੱਲ, ਜੇ ਮੈਂ ਆਵਾਂ ਇਸ ਵਕਤ ਮੈਂ ਇਸ ਪੀਰੀਅਡ ਮੈਂ ਤੁਹਾਡੇ ਤੋਂ ਵੀ ਸਟੂਡੈਂਟਸ ਦਾ ਕੁਐਸਚਨ ਜ਼ਰੂਰ ਪੁੱਟ ਕਰੂੰਗੀ, ਕਿਉਂਕਿ ਸਾਡਾ ਕਾਲਰ ਦਾ ਸਵਾਲ ਵੀ ਜਿਹੜਾ ਇਸ ਵਕਤ ਵਰਕ ਪਰਮਿਟ ਨਾਲ ਰੈਲੇਵੈਂਟ ਆਇਆ। ਜਿਹੜੇ ਇਸ ਵਕਤ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਸ ਨੇ ਜਾਂ ਉਹਨਾਂ ਦੇ ਸਪਾਊਸ ਇਸ ਵਕਤ ਹੈਗੇ ਨੇ, ਜੌਬ ਇੱਕ ਤਰ੍ਹਾਂ ਨਾਲ ਸਭ ਤੋਂ ਵੱਡੀ ਇਸ ਵਕਤ ਪ੍ਰੋਬਲਮ ਬਣੀ ਹੋਈ ਆ। ਅਜਿਹੇ ਵਿੱਚ ਉਹ ਕੀ ਕਰਨ ਜੇਕਰ ਇੱਕ ਦੇ ਕੋਲ ਜੌਬ ਹੈਗੀ ਆ ਦੂਸਰੇ ਦੇ ਕੋਲ ਨਹੀਂ ਹੈਗੀ, ਮੇਨ ਐਪਲੀਕੈਂਟ ਦੇ ਕੋਲ ਜੇ ਜੌਬ ਨਹੀਂ ਹੈ, ਕੀ ਇਹ ਐਪਲੀਕੇਸ਼ਨ ਦੂਸਰੇ ਦੇ ਕੋਲ ਸ਼ਿਫਟ ਹੋ ਸਕਦੀ ਹੈ ਜਿਹਦੇ ਕੋਲ ਆਲਰੇਡੀ ਜੌਬ ਹੈਗੀ ਆ ਉਹਦੇ ਨਾਮ ਦੇ ਉੱਤੇ? ਜੀ ਜੋਰਾ ਜੀ, ਤੁਹਾਨੂੰ ਮੇਰੀ ਆਵਾਜ਼ ਸੁਣਾਈ ਦੇ ਰਹੀ ਹੈ? ਹਾਂਜੀ ਜੀ। ਦੇਖੋ, ਪ੍ਰਿੰਸੀਪਲ ਐਪਲੀਕੈਂਟ ਜਦੋਂ ਤੁਸੀਂ ਤਰਨ ਜੀ ਇੱਥੇ ਆਉਂਦੇ ਨੇ ਬੱਚੇ, ਪਹਿਲਾਂ ਲੈਟਸ ਸੇ ਕੁੜੀ ਆਈ, ਉਹਨੇ ਸਟੱਡੀ ਕੀਤੀ ਤੇ ਸਪਾਊਸਲ ਵਰਕ ਪਰਮਿਟ ਤੇ ਬੁਲਾ ਲਿਆ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਦੇ ਵਿੱਚ ਪ੍ਰਿੰਸੀਪਲ ਐਪਲੀਕੈਂਟ ਕੋਈ ਵੀ ਹੋ ਸਕਦਾ, ਸਪਾਊਸ ਵੀ ਹੋ ਸਕਦਾ ਜਾਂ ਜਿਹੜੇ ਇੰਡੀਵਿਜੂਅਲ ਇੱਥੇ ਇੰਟਰਨੈਸ਼ਨਲ ਸਟੂਡੈਂਟ ਸੀ ਜਿਹਨੇ ਵਰਕ ਪਰਮਿਟ ਲਿਆ ਸੀ ਉਹ ਵੀ ਹੋ ਸਕਦੇ ਨੇ, ਪ੍ਰੋਵਾਈਡਡ ਕਿ ਵੀ ਉਹ ਕਿਸ ਪ੍ਰੋਵਿੰਸ਼ੀਅਲ ਨੋਮਨੀ ਦੀ ਰਿਕੁਆਇਰਮੈਂਟ ਮੀਟ ਕਰਦੇ ਨੇ। ਲੈਟਸ ਸੇ ਜੇ ਕਿਸੇ ਦੇ ਸਪਾਊਸ ਕੋਲੇ ਐਜ਼ ਆਈ ਸੈਡ ਕਿ ਬੈਚਲਰ ਡਿਗਰੀ ਹੈਗੀ ਆ ਜਾਂ ਕੋਈ ਡਿਪਲੋਮਾ ਕੀਤਾ ਹੋਇਆ ਜਾਂ ਇਨਫੈਕਟ ਹਾਈ ਸਕੂਲ ਵੀ ਨੇ, ਉਹ 5 ਬੈਂਡ ਲੈ ਸਕਦੇ ਨੇ, ਤਾਂ ਜਰੂਰ ਸਾਡੇ ਆਫਿਸ ਨੂੰ ਕੰਟੈਕਟ ਕਰ ਲੈਣ। ਅਸੀਂ ਉਹਨਾਂ ਦਾ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮਨੀ ਦੇ ਥਰੂ ਅਸੀਂ ਉਹਨਾਂ ਦਾ ਕਰਾ ਸਕਦੇ। ਜੀ ਬਿਲਕੁਲ, ਇੱਕ ਦਰਸ਼ਕ ਸਾਡੇ ਨਾਲ ਹੋ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ ਤੇ ਮੈਂ ਯੂਐਸ ਸਿਟੀਜ਼ਨ ਹਾਂ ਜੀ। ਸਰ ਅੱਜ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ। ਤੁਹਾਡਾ ਕੈਨੇਡਾ ਦੇ ਇਮੀਗ੍ਰੇਸ਼ਨ ਸੰਬੰਧੀ ਸਵਾਲ ਹੈ? ਮੇਰਾ ਸਵਾਲ ਹੈ ਜੀ ਕੈਨੇਡਾ ਤੋਂ ਅਮਰੀਕਾ ਸਿਟੀਜ਼ਨ, ਕੈਨੇਡਾ ਤੋਂ ਅਮਰੀਕਾ ਇਮੀਗ੍ਰੇਸ਼ਨ ਵਾਸਤੇ ਮੇਰਾ ਬੇਟਾ ਕੈਨੇਡੀਅਨ ਸਿਟੀਜ਼ਨ ਆ ਤੇ ਇੱਕ ਬੇਟੀ ਕੈਨੇਡੀਅਨ ਪੀਆਰ ਆ, ਔਰ ਮੈਂ ਉਹਨਾਂ ਦਾ ਅਪਲਾਈ ਕੀਤਾ ਹੋਇਆ ਅਮਰੀਕਨ ਸਿਟੀਜ਼ਨਸ਼ਿਪ ਅਮਰੀਕਾ ਮਾਈਗ੍ਰੇਸ਼ਨ ਵਾਸਤੇ। ਤੇ ਮੈਂ ਜਾਣਨਾ ਚਾਹੁੰਦਾ ਵੀ ਟੋਟਲ ਕਿੰਨਾ ਸਮਾਂ ਲੱਗਦਾ ਕੈਨੇਡਾ ਤੋਂ ਅਮਰੀਕਾ ਆਉਣ ਵਾਸਤੇ ਸਿਟੀਜ਼ਨ ਮੈਰਿਡ ਬੱਚਿਆਂ ਨੂੰ? ਇਹ ਦੋਨੋਂ ਮੈਰਿਡ ਨੇ, ਬੇਟੀ ਵੀ ਤੇ ਬੇਟਾ ਵੀ ਜੀ। ਸਰ ਅੱਜ ਐਕਚੁਅਲੀ ਅਸੀਂ ਸਿਰਫ ਕੈਨੇਡੀਅਨ ਇਮੀਗ੍ਰੇਸ਼ਨ ਦੇ ਬਾਰੇ ਹੀ ਗੱਲ ਕਰ ਰਹੇ ਹਾਂ। ਯੂਐਸ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਅਸੀਂ ਸੋਮਵਾਰ ਨੂੰ ਪ੍ਰੋਗਰਾਮ ਕਰਦੇ ਹਾਂ, ਤੁਸੀਂ ਉਦੋਂ ਕਾਲ ਕਰ ਸਕਦੇ ਹੋ ਰਾਤ ਨੂੰ ਭਾਰਤੀ ਸਮੇਂ ਦੇ ਮੁਤਾਬਿਕ। ਸੋ ਅੱਜ ਸਿਰਫ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਗੱਲਬਾਤ ਹੋ ਰਹੀ ਹੈ। ਜੀ ਜੋਰਾ ਜੀ। ਜੀ ਇਸ ਤੋਂ ਬਿਨਾਂ ਮੈਂ ਤਰਨ ਜੀ ਦੱਸ ਰਿਹਾ ਸੀ ਕਿ ਵੀ ਗੱਲ ਕਰਾਂਗੇ ਕਿ ਦਰਸ਼ਕ ਇੱਕ ਹੋਰ ਆ ਗਏ ਨੇ ਸਾਡੇ ਨਾਲ ਇਸ ਵਕਤ ਜੁੜ ਗਏ ਨੇ। ਸਰ ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਪੁੱਛਣਾ ਚਾਹੁੰਦਾ ਜਿਵੇਂ ਕੋਰਟਾਂ ਖੁੱਲ ਗਈਆਂ, ਸਾਡਾ ਕੇਸ ਕੋਰਟ 'ਚ ਗਿਆ ਹੋਇਆ ਨੈਣੀ ਦਾ। ਜੀ ਤੁਸੀਂ ਕਿੱਥੋਂ ਬੋਲ ਰਹੇ ਹੋ? ਮੈਂ ਸਰੀ ਤੋਂ ਬੋਲ ਰਿਹਾ ਜੀ। ਜ਼ੋਰਾ ਜੀ ਨੈਣੀ ਦੇ ਬਾਰੇ ਪੁੱਛ ਰਹੇ ਨੇ ਕਿ ਕੋਰਟਸ ਓਪਨ ਹੋ ਗਈਆਂ ਨੇ ਤੇ ਉਹਨਾਂ ਦਾ ਜਿਹੜਾ ਕੇਸ ਹੈ ਉਹ ਕੋਰਟ ਵਿੱਚ ਗਿਆ ਹੋਇਆ ਤੇ ਇਹਦੇ ਬਾਰੇ ਜਾਣਨਾ ਚਾਹੁੰਦੇ ਨੇ, ਪ੍ਰੋਸੈਸ ਦੇ ਬਾਰੇ ਵਿੱਚ। ਦੇਖੋ ਜੀ, ਕੋਰਟ ਡਿਪੈਂਡ ਕਰਦਾ ਉਹ ਤੁਸੀਂ ਸਰ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਤੁਸੀਂ ਕਿਹੜੀ ਪ੍ਰੋਵਿੰਸ ਤੋਂ ਹੋ ਸਰ? ਵੈਸੇ ਇੰਡੀਆ ਤੋਂ, ਪੰਜਾਬ ਤੋਂ। ਤੁਸੀਂ ਪੰਜਾਬ ਤੋਂ ਨਹੀਂ ਸਰ, ਇੱਥੇ ਕਿੱਥੇ ਰਹਿ ਰਹੇ ਹੋ ਇਸ ਵਕਤ? ਨਹੀਂ ਸਰ,
ਸਰੀ ਸਰੀ ਦੇ ਵਿੱਚ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਜੋਰਾਜੀ ਜੀ ਜੀ ਜਦੋਂ ਮੈਂ ਦੱਸਿਆ ਤਰਨ ਜੀ ਵੀ ਪ੍ਰੋਵਿੰਸ ਟੂ ਪ੍ਰੋਵਿੰਸ ਹੈਗਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਰਚੁਅਲ ਜਿਹੜੇ ਕੋਰਟ ਨੇ ਉਹ ਖੁੱਲ ਗਏ ਨੇ ਤੇ ਤੁਸੀਂ ਆਪਣੇ ਲਾਇਰ ਨੂੰ ਜਿਨ੍ਹਾਂ ਨਾਲ ਵੀ ਤੁਸੀਂ ਡੀਲ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਲਓ ਤੇ ਬੇਸਿਕਲੀ ਜਿਹੜੀ ਹੀਅਰਿੰਗ ਨੇ ਉਹ ਪ੍ਰੋਸੈਸ ਸ਼ੁਰੂ ਹੋ ਚੁੱਕਿਆ। ਬਿਲਕੁਲ ਇੱਕ ਦਰਸ਼ਕ ਹੋ ਜੁੜ ਕੇ ਉਹਨਾਂ ਦਾ ਵੀ ਅਸੀਂ ਕਾਲ ਲੈ ਲਈਏ। ਹੈਲੋ हाँ जी ਸਤਿ ਸ਼੍ਰੀ ਅਕਾਲ ਜੀ। जी मैं ये पता करना कि रिफ्यूजी असाइलम च ਜਿਹੜੇ ਲੋਕ ਲੰਬੇ ਪੀਰੀਅਡ ਤੋਂ ਵੇਟਿੰਗ 'ਚ ਨਹੀਂ ਜਾਂ ਉਹਨਾਂ ਦੇ ਕੇਸਸ ਹੋਲਡ ਪਏ ਆ ਉਹਨਾਂ ਬਾਰੇ ਵੀ ਕੋਈ ਪ੍ਰੋਗਰਾਮ ਹੈ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਵੈਸੇ ਅਸੀਂ ਬਹੁਤ ਜਲਦੀ ਇਹ ਟੌਪਿਕ ਵੀ ਡਿਸਕਸ ਕਰਨ ਵਾਲੀ ਸੀ, ਤੁਸੀਂ ਕੁਐਸਚਨ ਕੀਤਾ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ ਕਾਲ ਕਰਨ ਲਈ ਜੀ ਸਰ। ਆਪਾਂ ਅਸਾਈਲਮ ਦੇ ਬਾਰੇ ਵਿੱਚ ਵੀ ਗੱਲ ਕਰਾਂਗੇ, ਪਹਿਲਾਂ ਆਪਾਂ ਵਰਕ ਪਰਮਿਟ ਦੀ ਬਾਰੇ ਗੱਲ ਕਰਦੇ ਹਾਂ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਜੀ। ਜੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਜਿਹੜੀ ਰਿਕੁਆਇਰਮੈਂਟ ਹੈ ਜੀ, ਜਦੋਂ ਤੁਸੀਂ ਬੱਚਾ ਇੱਥੋਂ ਕਿਸੇ ਕਮਿਊਨਿਟੀ ਕਾਲਜ ਤੋਂ ਗ੍ਰੈਜੂਏਟ ਹੋ ਜਾਂਦਾ, ਜੇ 1 ਈਅਰ ਕਰਦਾ ਤਾਂ 1 ਈਅਰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲ ਜਾਂਦਾ, ਜਾਂ 2 ਇਅਰਸ ਕਰਦਾ ਜਾਂ ਉਸ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ। ਉਸ ਕੇਸ ਦੇ ਵਿੱਚ ਕੀ ਹੈ ਕਿ ਜੀ ਬੱਚਿਆਂ ਕੋਲੇ ਇਨਫੈਕਟ 3 ਸਾਲ ਦਾ ਵਰਕ ਪਰਮਿਟ ਹੁੰਦਾ ਹੈਗਾ, 1 ਸਾਲ ਦੀ ਉਹ ਜੌਬ ਕਰਨ ਤੋਂ ਬਾਅਦ ਵੀ ਅੰਟਾਰੀਓ ਦੇ ਵਿੱਚ ਜਾਂ BC ਦੇ ਵਿੱਚ ਉਹਨਾਂ ਦੇ ਪੁਆਇੰਟਸ ਨਹੀਂ ਇਨਫ ਹੁੰਦੇ ਪਏ। ਠੀਕ ਹੈ ਜੀ, ਉਹਨੂੰ ਅਸੀਂ 2 ਤਰੀਕੇ ਨਾਲ ਆਪਾਂ ਡਿਵਾਈਡ ਕੀਤਾ ਜਾ ਸਕਦਾ ਵੀ ਜਿਹੜੇ ਮੈਰਿਡ ਨੇ ਜਿਨ੍ਹਾਂ ਦੇ ਸਪਾਊਸ ਹੈਗੇ ਨੇ ਉਹ ਜੇ ਅਗਰ ਮੈਨੀਟੋਬਾ ਆ ਜਾਣ ਤਾਂ ਉਹ ਸਿਰਫ 6 ਮਹੀਨੇ ਕੰਮ ਕਰਕੇ ਅਪਲਾਈ ਕਰ ਸਕਦੇ ਨੇ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ। ਜੇ ਕਿਸੇ ਕੇਸ ਦੇ ਵਿੱਚ ਲੜਕਾ ਸਿੰਗਲ ਹੀ ਆ ਜਾਂ ਲੜਕੀ ਸਿੰਗਲ ਆ ਤੇ ਉਹ ਉਹਨਾਂ ਨੂੰ ਉਸ ਇੰਡੀਵਿਜੂਅਲ ਨੂੰ ਇੱਥੇ ਮੈਨੀਟੋਬਾ ਦੇ ਵਿੱਚ 1 ਸਾਲ ਕੰਮ ਕਰਨਾ ਪੈਣਾਗਾ ਤੇ ਮੈਨੀਟੋਬਾ PNP ਨੇ ਇਨ ਡਿਮਾਂਡ ਲਿਸਟ ਡਿਕਲੇਅਰ ਕੀਤੀ ਹੋਈ ਹੈ ਜਿਹਦੇ ਵਿੱਚ ਆਮ ਤੌਰ ਤੇ ਜਿਹੜੇ ਬੱਚੇ ਜੌਬ ਕਰਦੇ ਨੇ ਉਹ ਹੈਗੇ ਨੇ ਜਿੱਦਾਂ ਫੂਡ ਸਰਵਿਸ ਸੁਪਰਵਾਈਜ਼ਰ ਹੈਗਾ, ਕੁੱਕ ਹੈ, ਬੇਕਰ ਹੈਗਾ, ਐਡਮਿਨ ਅਸਿਸਟੈਂਟ ਹੈਗਾਗਾ, ਜਾਂ ਫਿਰ ਕੰਸਟਰਕਸ਼ਨ ਦੇ ਵਿੱਚ ਡਰਾਈਵਾਲ ਇੰਸਟਾਲਰਸ ਹੈਗੇ ਨੇ, ਪੇਂਟਰ ਹੈਗੇ ਨੇ। ਜੇ ਤੁਸੀਂ ਇਦਾਂ ਦੀ ਜੌਬਸ ਕਰਦੇ ਹੋ 1 ਸਾਲ ਲਈ ਮੈਨੀਟੋਬਾ ਦੇ ਵਿੱਚ ਤਾਂ ਤੁਸੀਂ ਕੁਆਲੀਫਾਈ ਕਰ ਜਾਂਦੇ ਹੋ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਵਿੰਸ਼ੀਅਲ ਨੋਮਨੀ ਤੋਂ ਬਾਅਦ ਤੁਸੀਂ ਅਗਰ ਐਕਸਪ੍ਰੈਸ ਐਂਟਰੀ ਦੀ ਬੇਸਿਕ ਰਿਕੁਆਇਰਮੈਂਟ ਮੀਟ ਕਰਦੇ ਹੋ ਚਾਹੇ ਫੈਡਰਲ ਸਕਿੱਲ ਵਰਕਰ ਦੀ ਜਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ, ਤਾਂ ਮੈਨੀਟੋਬਾ PNP ਨੂੰ ਤੁਸੀਂ ਅਲਾਈਨ ਕਰ ਸਕਦੇ ਹੋ ਐਕਸਪ੍ਰੈਸ ਐਂਟਰੀ ਦੇ ਨਾਲ। ਉਹਦਾ ਬੈਨੀਫਿਟ ਇਹ ਹੁੰਦਾ ਤਰਨ ਜੀ ਕਿ ਜਿਹੜਾ ਆਮ ਤੌਰ ਤੇ ਜਿਹੜਾ ਪ੍ਰੋਸੈਸਿੰਗ ਟਾਈਮ ਹੁੰਦਾ PR ਦਾ ਉਹ 12 ਤੋਂ 19 ਮਹੀਨੇ ਦਾ ਹੁੰਦਾ ਆਫਟਰ ਨੋਮੀਨੇਸ਼ਨ, ਪਰ ਜਦੋਂ ਅਸੀਂ ਇਹਨੂੰ ਅਲਾਈਨ ਕਰ ਦਿੰਦੇ ਹਾਂ ਤਾਂ ਉਹ ਪ੍ਰੋਸੈਸਿੰਗ ਟਾਈਮ ਘੱਟ ਕੇ ਸਾਰਾ 6 ਮਹੀਨੇ ਰਹਿ ਜਾਂਦਾ ਹੈਗਾ। ਤੇ ਉਹਦੇ ਨਾਲ ਕੀ ਹੈ ਕਿ ਤੁਹਾਡੀ PR ਜਲਦੀ ਆ ਜਾਂਦੀ ਹੈ। ਤੁਸੀਂ 1 ਸਾਲ ਕੰਮ ਕਰਦੇ ਹੋ ਤੇ ਵਿਦਿਨ ਨੈਕਸਟ 1 ਈਅਰ ਤੁਹਾਡੀ PR ਹੋ ਜਾਂਦੀ ਹੈ। ਸੋ 2 ਸਾਲ ਦੇ ਵਿੱਚ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਹੋ ਜਾਂਦੀ ਹੈ ਤੇ ਉਸ ਕੇਸ ਦੇ ਵਿੱਚ ਤਾਂ ਕਈ ਵਾਰ ਤੁਹਾਨੂੰ ਵਰਕ ਪਰਮਿਟ ਐਕਸਟੈਂਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ। ਪਰ ਜੇ ਕਿਸੇ ਕਾਰਨ ਕਰਕੇ ਤੁਹਾਡੇ ਕਰਾਉਣ ਦੀ ਜ਼ਰੂਰਤ ਹੈ ਵੀ ਤੁਹਾਡਾ ਵਰਕ ਪਰਮਿਟ ਘੱਟ ਰਹਿ ਗਿਆ ਤਾਂ ਉਸ ਕੇਸ ਦੇ ਵਿੱਚ 2 ਤਰੀਕੇ ਨਾਲ ਜੀ, ਜਾਂ ਤਾਂ ਤੁਹਾਡਾ ਬ੍ਰਿਜਿੰਗ ਓਪਨ ਵਰਕ ਪਰਮਿਟ ਅਪਲਾਈ ਹੋ ਜਾਂਦਾ ਪ੍ਰੋਵਾਈਡਡ ਕਿ ਤੁਹਾਡੀ PR ਦੀ ਐਪਲੀਕੇਸ਼ਨ ਗਈ ਹੋਈ ਆ, ਤੁਹਾਡੇ ਕੋਲੇ PR ਦਾ ਫਾਈਲ ਨੰਬਰ ਆ ਗਿਆ ਹੈ, ਜਾਂ ਸੈਕੰਡ ਕੇਸ ਸਿਨੈਰੀਓ ਦੇ ਵਿੱਚ ਜੀ ਜੇ ਤੁਸੀਂ ਤੁਹਾਡਾ ਜਿਹੜਾ EMPLOYER ਹੈਗਾਗਾ ਉਹ $230 ਪੇ ਕਰ ਦੇਵੇ ਵਿਚ ਇਜ਼ ਕਾਲ EMPLOYER ਕੰਪਲਾਇੰਸਿਸ ਫੀਸ, ਤਾਂ ਫਿਰ ਮੈਨੀਟੋਬਾ PNP ਤੁਹਾਨੂੰ ਸਪੋਰਟ ਲੈਟਰ ਦਿੰਦੀ ਆ ਵਿਚ ਇਜ਼ ਕਾਲ ਵਰਕ ਪਰਮਿਟ ਸਪੋਰਟ ਲੈਟਰ। ਬੇਸਡ ਔਨ ਦੈਟ ਸਪੋਰਟ ਲੈਟਰ ਜੀ ਤੁਹਾਨੂੰ ਰਿਸਟ੍ਰਿਕਟਡ ਵਰਕ ਪਰਮਿਟ ਮਿਲ ਜਾਂਦਾ ਉਸ ਕੰਪਨੀ ਦੇ ਨਾਲ 2 ਸਾਲ ਦਾ ਕੰਮ ਕਰਨ ਦਾ, ਤੇ ਡੂਰਿੰਗ ਦੈਟ ਪੀਰੀਅਡ ਤੁਹਾਡੀ PR ਹੋ ਜਾਂਦੀ ਹੈ। ਬੜਾ ਨਾਰਮਲ ਜਿਹਾ ਪੁੱਛਣਾ ਚਾਹੂੰਗੀ, ਬਹੁਤੇ ਬੱਚੇ ਇਸ ਵਕਤ ਕੀ ਦੇਖ ਰਹੇ ਨੇ, ਖਾਸ ਤੌਰ ਤੇ ਓਨਟਾਰੀਓ ਦੀ ਗੱਲ ਕਰੀਏ PNP ਦੇ ਬਾਰੇ ਵਿੱਚ ਅਜੇ ਛੇਤੀ ਕੁਝ ਆ ਨਹੀਂ ਰਿਹਾ, ਖੁੱਲਦੀ ਹੈ ਬੜੀ ਛੇਤੀ, ਜਿਵੇਂ ਤੁਸੀਂ ਕਿਹਾ ਬੰਦ ਵੀ ਨਾਲ ਹੀ ਹੋ ਜਾਂਦੀ ਆ। ਅਜੇ ਵਿੱਚ ਸਟੂਡੈਂਟਸ ਇੱਥੇ ਲਗਭਗ 80,000 ਦੇ ਕਰੀਬ ਆ, ਤੁਹਾਡਾ ਇੱਥੇ ਟੋਰਾਂਟੋ ਦੇ ਵਿੱਚ ਵੀ ਆਫਿਸ ਹੈ। ਸਟੂਡੈਂਟਸ ਨੂੰ ਕੀ ਗਾਈਡ ਕਰਨਾ ਚਾਹੋਗੇ ਬਾਹਰਲੀਆਂ ਪ੍ਰੋਵਿੰਸਸ ਦੇ ਵਿੱਚ ਨਿਕਲਣ, ਐਕਸਪਲੋਰ ਕਰਨ ਆਪਣੇ ਆਪ ਨੂੰ, ਮੈਨੀਟੋਬਾ BC ਦੇ ਵਿੱਚ ਜਿਹੜੇ ਆਪਸ਼ਨਸ ਉਹਨਾਂ ਨੂੰ ਦਿਖ ਰਹੇ ਨੇ ਕਿ ਉਹਨਾਂ ਨੂੰ ਇਹ ਗ੍ਰੈਬ ਕਰ ਲੈਣੇ ਚਾਹੀਦੇ ਨੇ ਇਸ ਵਕਤ? ਬਿਲਕੁਲ ਜੀ, ਦੇਖੋ ਰਾਈਟ ਤਰਨ ਜੀ ਮੈਨੀਟੋਬਾ ਇੱਕ ਹੌਟ ਡੈਸਟੀਨੇਸ਼ਨ ਬਣਿਆ ਹੋਇਆ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ। ਮੈਂ ਉਹਨਾਂ ਨੂੰ ਸੁਜੈਸ਼ਨ ਦੇ ਰਿਹਾ ਕਿ ਹਾਂਜੀ ਰਿਕਮੈਂਡ ਕਰਦਾ ਸਟਰੋਂਗਲੀ ਕਿ ਤੁਸੀਂ ਯੈਸ ਮੈਨੀਟੋਬਾ ਆ ਜਾਓ, ਬਟ ਮੈਨੀਟੋਬਾ ਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਵੀ ਮੈਨੀਟੋਬਾ ਦੇ ਵਿੱਚ ਸਿਰਫ ਵਿਨੀਪੈਗ ਨੂੰ ਟਾਰਗੇਟ ਕਰਨ ਦੀ ਲੋੜ ਨਹੀਂ ਕਿ ਵੀ ਵਿਨੀਪੈਗ 'ਚ ਹੀ ਮੈਂ ਜੌਬ ਕਰਨੀ ਹੈ, ਐਜ਼ ਲੌਂਗ ਐਜ਼ ਤੁਸੀਂ ਛੋਟੇ ਟਾਊਨ ਜਿੱਦਾਂ ਸਟੈਨਬੈਕ ਹੋ ਗਿਆ, ਬ੍ਰੈਂਡਨ ਹੋ ਗਿਆ, ਸੈਲਕ੍ਰਿਕ ਹੋ ਗਿਆ, ਪੋਰਟ ਇਜ਼ ਲਾਪਰੇਡੀ ਹੋ ਗਿਆ, ਤੁਸੀਂ ਇੱਦਾਂ ਦੇ ਛੋਟੇ ਟਾਊਨਾਂ ਦੇ ਵਿੱਚ ਟਰਾਈ ਕਰੋ ਤਾਂ ਤੁਹਾਨੂੰ ਜੌਬ ਓਪਰਚੁਨਿਟੀ ਦੀ ਵੀ ਕੋਈ ਕਮੀ ਨਹੀਂ ਹੈਗੀ। ਐਂਡ ਆਫ ਦਾ ਡੇ EMPLOYER ਬਹੁਤ ਜ਼ਿਆਦਾ ਹੈਲਪਫੁਲ ਨੇ, ਦੇ ਵਾਂਟ ਕਿ ਵੀ ਹਾਂਜੀ ਮੈਨੀਟੋਬਾ ਦੇ ਵਿੱਚ ਜੇ ਕੋਈ ਆਇਆ ਤਾਂ ਮੈਨੀਟੋਬਾ ਬਾਈ ਨੇਚਰ ਹੀ ਅਸੀਂ ਬਹੁਤ ਵੈਲਕਮ ਕਰਦੇ ਹਾਂ। ਜਿਹੜੇ ਵੀ ਇੱਥੇ ਇਮੀਗ੍ਰੈਂਟ ਆਉਂਦੇ ਨੇ ਜਾਂ ਕੋਈ ਸਟੂਡੈਂਟਸ ਆਉਂਦੇ ਨੇ, ਦੈਟਸ ਵਾਈ ਵੀ ਆਰ ਨੋਨ ਐਜ਼ ਅ ਫ੍ਰੈਂਡਲੀ ਮੈਨੀਟੋਬਨ। ਤੇ ਜੀ ਤੇ ਉਸ ਤੋਂ ਬਾਅਦ ਇੱਕ ਦਰਸ਼ਕ ਹੋਰ ਜੁੜ ਕੇ ਨੇ ਕਾਫੀ ਟਾਈਮ ਤੋਂ ਹੋਲਡ ਤੇ ਨੇ, ਆਪਾਂ ਪਹਿਲਾਂ ਉਹਨਾਂ ਦਾ ਸਵਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਜੀ ਕੈਲਗਰੀ ਤੋਂ ਬੋਲਦੀ ਹਾਂ ਜੀ। ਤੇ ਮੇਰੀ ਸਿਹਤ ਫੈਲ ਆਈ ਹੋਈ ਹੈ, ਫਰਵਰੀ ਦੇ ਵਿੱਚ ਮੇਰਾ ਮੈਡੀਕਲ ਹੋ ਗਿਆ ਤੇ ਹੁਣ ਮੇਰੀ ਜਿਹੜਾ ਸੁਪਰਵੀਜ਼ਰ 2 ਸਾਲ ਦੀ ਐਂਟਰੀ ਮੇਰੀ ਖਤਮ ਹੋਣ ਵਾਲੀ ਹੈ 22 ਅਕਤੂਬਰ ਨੂੰ,
ਤੇ ਮੈਂ ਹੋਰ ਬਣਾਉਣ ਵਾਸਤੇ ਐਪਲੀਕੇਸ਼ਨ ਲਾ ਸਕਦੀ ਹਾਂ? ਜੀ ਜ਼ੋਰਾ ਜੀ ਤੁਸੀਂ ਇਸ ਦੇ ਬਾਰੇ ਵਿੱਚ ਤੁਹਾਨੂੰ ਕੁਐਸਚਨ ਸੁਣਾਈ ਦਿੱਤਾ ਹੈ ਜਾਂ ਮੈਂ ਰਿਪੀਟ ਕਰਾਂ? ਨਹੀਂ, ਮੈਨੂੰ ਕੁਐਸਚਨ ਸੁਣ ਗਿਆ ਜੀ। ਮੈਂ ਜੀ ਬਿਲਕੁਲ, ਬਸ ਟੀਵੀ link ਸਕਰੀਨ ਤੇ ਆਨਸਰ ਦੇਈਏ ਜੀ। ਤੁਸੀਂ ਮੈਮ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਇੱਕ ਦਰਸ਼ਕ ਹੋਰ ਜੁੜ ਗਏ, ਉਹਨਾਂ ਦੇ ਵੀ ਅਸੀਂ ਸਵਾਲ ਲੈ ਲਈਏ ਸਰ। ਅੱਜ ਕਾਲਸ ਕਾਫੀ ਜ਼ਿਆਦਾ ਆ ਰਹੀਆਂ ਨੇ ਤੇ ਆਪਾਂ ਥੋੜਾ ਜਿਹਾ ਨਾਲ ਦੀ ਨਾਲ ਕਾਲਸ ਵੀ ਅਟੈਂਡ ਕਰੀਏ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਇੱਥੋਂ ਬੋਲਦੀ ਹਾਂ ਜੀ, ਟਰਾਂਟੋ ਤੋਂ ਹੀ। ਮੈਂ ਪੁੱਛਣਾ ਸੀਗਾ ਕਿ ਜੇ ਕਿਤੇ ਨੂੰ ਇੰਡੀਆ ਤੋਂ ਫਾਰਮਰ ਦੇ ਤੌਰ ਤੇ ਬੁਲਾਉਣਾ ਹੋਵੇ ਤੇ ਕੀ ਪ੍ਰੋਸੀਜਰ ਹੈ? ਜੀ ਇੰਡੀਆ ਤੋਂ ਫਾਰਮਰ ਦੇ ਤੌਰ ਤੇ ਬੁਲਾਉਣਾ ਹੋਵੇ, ਬਿਲਕੁਲ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਹਾਂ ਜੀ। ਪਹਿਲਾਂ ਆਪਾਂ ਕੈਲਗਰੀ ਵਾਲਿਆਂ ਦਾ ਅੱਜ ਰਿਪਲਾਈ ਕਰਦੀ ਹੈ, ਜਿਨ੍ਹਾਂ ਨੇ ਕਿਹਾ ਸੀ ਪੀਆਰ ਦੀ ਫਾਈਲ ਲੱਗੀ ਹੋਈ ਹੈ ਤੇ ਸੁਪਰ ਵੀਜ਼ਾ ਉਹਨਾਂ ਦਾ ਲਗਭਗ 2 ਸਾਲ ਦੀ ਉਹਨਾਂ ਦੀ ਸਟੇ ਸੀ ਜਿਹੜੀ ਉਹ ਖਤਮ ਹੋਣ ਵਾਲੀ ਹੈ। ਜੀ, ਉਹਨਾਂ ਦੀ ਤਰ੍ਹਾਂ ਜੀ ਸੁਪਰ ਵੀਜ਼ਾ ਦੀ ਐਕਸਟੈਂਸ਼ਨ ਦੀ ਐਪਲੀਕੇਸ਼ਨ ਲੱਗ ਸਕਦੀ ਹੈ ਐਜ਼ ਲੌਂਗ ਐਜ਼ ਉਹ ਜੇ ਅਕਤੂਬਰ ਦੇ ਵਿੱਚ ਉਹਨਾਂ ਦਾ ਐਕਸਪਾਇਰ ਹੋ ਰਿਹਾ ਤਾਂ ਦਿਸ ਇਜ਼ ਦਾ ਰਾਈਟ ਟਾਈਮ ਕਿ ਇਮੀਗ੍ਰੇਸ਼ਨ ਕਹਿੰਦੀ ਹੈ ਕਿ ਤੁਸੀਂ 30 ਦਿਨ ਪਹਿਲਾਂ ਆਪਣੀ ਐਕਸਟੈਂਸ਼ਨ ਅਪਲਾਈ ਕਰ ਦਿਓ ਤੇ ਦੀ ਐਜ਼ ਲੌਂਗ ਐਜ਼ ਇਹ ਡਾਕੂਮੈਂਟ ਫਾਈਨੈਂਸ਼ੀਅਲ ਡਾਕੂਮੈਂਟ ਲਗਾ ਦੇਣ ਤੇ ਇੰਸ਼ੋਰੈਂਸ ਲਗਾ ਦੇਣ, ਇਹਨਾਂ ਦੀ ਸਟੇ ਐਕਸਟੈਂਡ ਹੋ ਜਾਊਗੀ। ਬਿਲਕੁਲ। ਨੈਕਸਟ ਜੀ ਟੋਰਾਂਟੋ ਤੋਂ ਜਿਨ੍ਹਾਂ ਨੇ ਕਾਲ ਕੀਤੀ ਉਹ ਪੁੱਛ ਰਹੇ ਨੇ ਕਿਸੇ ਨੂੰ ਫਾਰਮਰ ਦੇ ਵੀਜ਼ੇ ਦੇ ਉੱਤੇ ਕਿਸੇ ਨੂੰ ਇੰਡੀਆ ਤੋਂ ਬੁਲਾਉਣਾ ਹੋਵੇ ਕਿਵੇਂ ਬੁਲਾ ਸਕਦੇ ਨੇ? ਇੰਡੀਆ ਤੋਂ ਫਾਰਮਰ ਦੀ ਐਪਲੀਕੇਸ਼ਨਸ ਲੱਗ ਸਕਦੀ ਹੈ ਜੀ ਜੇ ਪ੍ਰੋਵਾਈਡਡ ਜਿਹੜਾ ਐਪਲੀਕੈਂਟ ਹੈਗਾ ਉਹਦੇ ਕੋਲੇ ਹਾਈ ਸਕੂਲ ਐਜੂਕੇਸ਼ਨ ਹੋਵੇ ਤੇ ਮਿਨੀਮਮ 2 ਸਾਲ ਦਾ ਐਕਸਪੀਰੀਅੰਸ ਹੋਵੇ ਤੇ LMIAs ਮਤਲਬ BC ਦੇ ਵਿੱਚ ਆਮ ਤੌਰ ਤੇ ਅਵੇਲੇਬਲ ਹੁੰਦੀਆਂ ਨੇ, ontario ਦੇ ਵਿੱਚ ਅਵੇਲੇਬਲ ਹੁੰਦੀਆਂ ਨੇ ਤੇ ਉਹ ਪੋਸੀਬਲ ਹੈਗਾਗਾ। ਬਟ ਮੈਂ ਇਹਨਾਂ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਵੀ ਫਾਰਮ ਵਰਕਰ ਦੇ ਵਿੱਚ ਜਦੋਂ ਕੋਈ ਇੰਡੀਵਿਜੂਅਲ ਇੱਥੇ ਆ ਜਾਂਦਾਗਾ ਉਹਦੀ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਹੁੰਦੀ ਅਨਲੈਸ ਐਂਡ ਅੰਟਿਲ ਉਹ ਅੱਗੇ ਜਾ ਕੇ ਆਪਣੀ ਕੈਟਾਗਰੀ ਨਹੀਂ ਚੇਂਜ ਕਰਦਾ। ਅਸੀਂ ਗੱਲਬਾਤ ਕਰ ਰਹੇ ਸੀਗੇ ਇਸ ਵਕਤ ਮੈਨੀਟੋਬਾ ਦੇ ਵਿੱਚ ਸਕੋਪਸ ਜਿਹੜੇ ਹੈਗੇ ਅਸੀਂ ਦੇਖ ਰਹੇ ਕਿ ਕਾਫੀ ਪ੍ਰੋਵਿੰਸਸ ਦੇ ਵਿੱਚ ਜੌਬਸ ਕਾਫੀ ਹਿੱਟ ਹੋਈਆਂ ਨੇ ਕਿ ਉੱਥੇ ਜੌਬਸ ਮਿਲ ਸਕਦੀਆਂ ਨੇ। ਜਿਵੇਂ ਸਟੂਡੈਂਟਸ ਜੇਕਰ ਮੈਨੀਟੋਬਾ ਵਿੱਚ ਇਸ ਵਕਤ ਸਕੋਪ ਦੇਖਣਾ ਚਾਹੁੰਦੇ ਨੇ ਕੀ ਜੌਬਸ ਅਪਰਚੂਨਿਟੀ ਹੈਗੀਆਂ ਨੇ ਉੱਥੇ? ਤਰਨ ਜੀ, ਮੈਂ ਜੌਬ ਤੋਂ ਪਹਿਲਾਂ ਇੱਕ ਆਪਣਾ ਨੂੰ ਕਿਸੇ ਨੇ ਰਿਫਿਊਜੀ ਬਾਰੇ ਕੇਸਿਸ ਕਾਲ ਕਰੀ ਸੀ ਜੇ ਆਪਾਂ ਉਹਦਾ ਓਕੇ ਜੀ। ਤੇ ਦੇਖੋ ਵਿਦ ਰਿਗਾਰਡ ਟੂ ਜਿਹੜੀ ਜੌਬ ਓਪਰਚੁਨਿਟੀਜ਼ ਨੇ ਜੀ ਮੈਨੀਟੋਬਾ ਦੇ ਵਿੱਚ, ਜਿੱਦਾਂ ਮੈਨੀਟੋਬਾ ਦੀ ਲੋਕੇਸ਼ਨ ਆ ਬੜਾ ਸੈਂਟਰਲੀ ਲੋਕੇਟਡ ਹੈ ਮੈਨੀਟੋਬਾ। ਇੱਕ ਸਾਈਡ ਤੇ ਸਾਡੇ BC ਆ ਜਾਂਦਾ, ਇੱਕ ਸਾਈਡ ਤੇ ਸਾਡੇ ontario ਆ ਜਾਂਦਾ ਹੈਗਾ। ਸੋ ਸੈਂਟਰ ਪੋਰਟ ਹੋਣ ਕਰਕੇ ਸੋ ਟਰਾਂਸਪੋਰਟ ਦੇ ਰਿਲੇਟਡ, ਫੂਡ ਸਰਵਿਸ ਦੇ ਰਿਲੇਟਡ, ਰੀਟੇਲ ਦੀਆਂ, ਇਸ ਤੋਂ ਬਿਨਾਂ ਕਈ ਇੱਥੇ ਵੱਡੀਆਂ ਕੰਪਨੀਆਂ ਜਿੱਦਾਂ IT ਸੈਕਟਰ ਦੀਆਂ, ਜਿੱਦਾਂ ਬੋਲਡ ਕਮਰਸ ਹੋ ਗਈ, ਕਈ ਵੱਡੀਆਂ ਕੰਪਨੀਆਂ ਆਈਆਂ ਨੇ ਤੇ ਰੀਸੈਂਟਲੀ ਨਿਊਜ਼ ਸੀ ਕਿ ਵੀ Amazon ਦਾ ਵੇਅਰ ਹਾਊਸ ਵੀ ਬਹੁਤ ਛੇਤੀ ਮੈਨੀਟੋਬਾ ਦੇ ਵਿੱਚ ਖੁੱਲਣ ਦੀ ਪ੍ਰੋਵੀਜ਼ਨ ਚੱਲ ਰਹੀ ਹੈਗੀ। ਸੋ ਦੇਰ ਆਰ ਮੈਨੀ ਜੌਬ ਓਪਰਚੁਨਿਟੀਜ਼ ਇਨ ਮੈਨੀਟੋਬਾ। ਐਜ਼ ਆਈ ਸੈਡ ਬਿਫੋਰ, ਤੁਸੀਂ ਜਦੋਂ ਮੈਨੀਟੋਬਾ ਆਉਣਾ ਪਲੀਜ਼ ਕੰਸੀਡਰ ਮੈਨੀਟੋਬਾ, ਡੂ ਨਾਟ ਜਸਟ ਕੰਸੀਡਰ ਵਿਨੀਪੈਗ। ਜੀ ਦੀ ਵੀ ਗੱਲ ਕਰ ਲਈ ਜਿਹੜੇ ਇਸ ਵਕਤ ਰਿਫਿਊਜੀ ਐਪਲੀਕੇਸ਼ਨਸ ਵਾਲੇ ਨੇ ਤੇ ਉਹਨਾਂ ਦੇ ਬਾਰੇ ਵਿੱਚ ਵੀ ਥੋੜੀ ਜਿਹੀ ਅਪਡੇਸ਼ਨ ਜੇ ਕੋਈ ਆਈ ਹੋਵੇ। ਅਸੀਂ ਦੇਖ ਰਹੇ ਹਾਂ ਕਿ ਬੀਤੇ ਦਿਨ ਵੀ ਕਾਫੀ ਪ੍ਰੋਟੈਸਟ ਹੋ ਕੇ ਹਟੇ ਨੇ ਜੀ। ਦੇਖੋ ਰਿਫਿਊਜੀ ਬਾਰੇ ਜੀ ਜੋ ਮਿਨਿਸਟਰ ਨੇ ਰੀਸੈਂਟਲੀ ਸਟੇਟਮੈਂਟ ਦਿੱਤੀ ਹੈ, ਬੇਸਿਕਲੀ ਇਹ ਸਟੇਟਮੈਂਟ ਜਾਂ ਕੋਈ ਪਾਲਿਸੀ ਇਨ ਪਲੇਸ ਨਹੀਂ ਹੋਈ। ਉਹ ਸਟੇਟਮੈਂਟ ਦੇ ਵਿੱਚ ਇਹ ਹੈ ਜੀ ਕਿ ਜੇ ਕਿਸੇ ਨੇ ਹੈਲਥ ਕੇਅਰ ਸੈਕਟਰ ਦੇ ਵਿੱਚ ਕੰਮ ਕੀਤਾ ਹੈਗਾਗਾ ਤੇ ਐਜ਼ ਅ ਫਰੰਟ ਲਾਈਨ ਹੈਲਥ ਦੇ ਵਿੱਚ ਰਹੇ ਨੇ ਡਿਊਰਿੰਗ COVID-19 ਤੇ ਉਹ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰ ਸਕਦੇ ਨੇ। ਬਟ ਜਿਹੜੀਆਂ ਉਹਦੀਆਂ ਅੱਗੇ ਡਿਟੇਲ ਜਿਹੜੀ ਆਈਆਂ, ਡਿਟੇਲ ਹਜੇ ਇਮੀਗ੍ਰੇਸ਼ਨ ਨੇ ਨਾ ਵੈਬਸਾਈਟ ਤੇ ਪਾਈਆਂ ਨੇ, ਹਜੇ ਪਾਲਿਸੀ ਇਨ ਪਲੇਸ ਨਹੀਂ ਹੋਈ ਤੇ ਬਿਦਰ ਜੀ ਨਹੀਂ ਤੁਸੀਂ ਕੰਟੀਨਿਊ ਕਰੋ, ਮੈਂ ਫਿਰ ਨੈਕਸਟ ਕੁਐਸਚਨ ਕਰਦੀ ਹਾਂ। ਕੰਟੀਨਿਊ ਕਰੋ ਸਰ। ਜੀ, ਮੈਂ ਕਹਿ ਰਿਹਾ ਸੀ ਜੇ ਕਿਸੇ ਰਿਫਿਊਜੀ ਦਾ, ਜਿੱਦਾਂ ਉਸ ਕਾਲਰ ਨੇ ਕਿਹਾ ਸੀ ਕਿ ਸਾਡੇ ਕੋਲ ਰਿਫਿਊਜੀ ਸਟੇਟਸ ਆ ਜੀ, ਬਹੁਤ ਸਾਲਾਂ ਤੋਂ ਅਸੀਂ ਬੈਠੇ ਆ ਤੇ ਸਾਡੀ ਕੋਈ ਐਪਲੀਕੇਸ਼ਨ ਦੇ ਵਿੱਚ ਕੋਈ ਚਾਂਸ ਹੈਗਾਗਾ, ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਜੀ ਕਿ ਵੀ ਤੁਸੀਂ ਸਾਨੂੰ ਤੁਹਾਡੀ ਜਿਹੜੀ ਸਟੋਰੀ ਆ ਕਿ ਤੁਸੀਂ ਕੀ ਸਬਮਿਟ ਕੀਤਾ ਇਮੀਗ੍ਰੇਸ਼ਨ ਨੂੰ ਸਾਨੂੰ ਭੇਜ ਦਿਓ, ਅਸੀਂ ਦੇਖ ਲਾਂਗੇ ਜੀ। ਕਿਉਂਕਿ ਇਹਦੇ ਵਿੱਚ ਤਰਨ ਜੀ 2 ਸੈਕਸ਼ਨ ਹੁੰਦੇ ਨੇ, ਸੈਕਸ਼ਨ 96 ਤੇ ਸੈਕਸ਼ਨ 97। ਸੋ ਸਾਨੂੰ ਪਹਿਲਾਂ ਉਹ ਦੇਖਣਾ ਪੈਣਾ ਕਿਹੜੀ ਕੈਟਾਗਰੀ 'ਚ ਐਪਲੀਕੇਸ਼ਨ ਲਗਾਈ ਹੈ, ਤੁਸੀਂ 96 'ਚ ਲਾਈ ਹੈ ਜਾਂ 97 'ਚ ਲਗਾਈ ਹੈ। ਤੇ ਕਈ ਕੇਸਾਂ ਦੇ ਵਿੱਚ ਇਸ ਤਰ੍ਹਾਂ ਵੀ ਹੋ ਜਾਂਦਾ ਜੀ, ਜੇ ਇਨ ਕੇਸ ਰਿਫਿਊਜੀ ਐਪਲੀਕੇਸ਼ਨ ਡਿਨਾਈ ਵੀ ਹੋ ਜਾਂਦੀ ਆ ਬਿਕਾਜ਼ ਯੂ ਆਰ ਲਿਵਿੰਗ ਇਨ ਦਾ ਕੰਟਰੀ ਫॉर that long, ਤੁਸੀਂ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਦੀ ਐਪਲੀਕੇਸ਼ਨ ਵੀ ਆਪਟ ਕਰ ਸਕਦੇ ਹੋ। ਫਿਰ ਉਹਨਾਂ ਦਾ ਸਵਾਲ ਲੈ ਲਈਏ ਅਸੀਂ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਮੌਂਟਰੀਅਲ ਤੋਂ ਬੋਲ ਰਹੀ ਹਾਂ ਜੀ। ਮੈਮ ਦੱਸੋ ਕੀ ਸਵਾਲ ਹੈ? ਮੇਰਾ ਸਵਾਲ ਹੈ ਕਿ ਜਿੱਦਾਂ ਮੇਰੀ ਸਾਈਜ਼ ਇੰਡੀਆ ਤੋਂ ਉਹ ਮੌਂਟਰੀਅਲ ਕੰਮ ਕਰਦੀ, ਉਹਨੇ 3 ਸਾਲ ਦਾ ਡਿਪਲੋਮਾ ਕੀਤਾ ਹੈਗਾ ਤੇ ਅਕਾਊਂਟਿੰਗ ਐਂਡ ਬਿਜ਼ਨਸ ਮੈਨੇਜਮੈਂਟ ਦਾ। ਉਹਨੂੰ ਜਿੱਦਾਂ ਸਾਲ ਹੋ ਗਿਆ ਕੰਮ ਕਰਦੀ ਨੂੰ, ਲੇਕਿਨ ਉਹ ਫਾਈਲ ਟੋਰਾਂਟੋ ਲਾਣਾ ਚਾਹੁੰਦੀ ਆ ਤੇ ਜੋ ਟੋਰਾਂਟੋ ਆਉਂਦੀ ਹੈ ਤਾਂ ਉਹ ਕਦ ਤੱਕ ਫਾਈਲ ਲਾ ਸਕਦੀ ਹੈ? ਟੋਰਾਂਟੋ ਆਉਂਦੀ ਹੈ ਇੱਥੇ। ਜੀ ਬਿਲਕੁਲ। ਜੋਰਾ ਜੀ ਤੁਸੀਂ ਇਸ ਦਾ ਜਵਾਬ ਦੇਣਾ ਚਾਹੋਗੇ ਟੀਵੀ ਸਕਰੀਨ ਤੇ?
ਹਾਂਜੀ ਪਰ ਉਸ ਤੋਂ ਪਹਿਲਾਂ ਮੈਂ ਥੋੜੀ ਜਿਹੀ ਇਹਨਾਂ ਦੀ ਇਨਫੋਰਮੇਸ਼ਨ ਲੈਣੀ ਜੀ, ਚਾਹੁੰਦਾ ਸੀ ਕਿ ਬਿਲਕੁਲ ਜੀ। ਇੰਡੀਆ ਤੋਂ ਉਹਨਾਂ ਦੀ ਹਾਈਐਸਟ ਲੈਵਲ ਆਫ ਐਜੂਕੇਸ਼ਨ ਕੀ ਸੀ। ਮੈਮ ਇੰਡੀਆ ਤੋਂ ਉਹਨਾਂ ਦੀ ਲੈਵਲ ਆਫ ਐਜੂਕੇਸ਼ਨ ਕੀ ਰਹੀ ਹੈ? ਬੈਚਲਰ ਆਫ ਕਮਰਸ। ਬੈਚਲਰ ਆਫ ਕਾਮਰਸ। ਬੀਕਾਮ। ਇੰਡੀਆ ਦੇ ਵਿੱਚ ਕੋਈ ਵਰਕ ਐਕਸਪੀਰੀਅੰਸ ਹੈਗਾ ਸੀ? ਇੰਡੀਆ 'ਚ ਕੋਈ ਵਰਕ ਐਕਸਪੀਰੀਅੰਸ ਹੈ ਤੁਹਾਨੂੰ? ਨੋ। ਨਹੀਂ ਜੀ। ਇਹਨਾਂ ਨੇ ਆਲਸ ਕੀਤੀ ਹੈ? ਆਇਲਸ ਕੀਤੀ ਹੈ ਜੀ? ਸ਼ੋਰ ਯੈਸ। ਕਿੰਨੇ ਬੈਂਡ ਰਹੇ ਉਹਦੇ 'ਚ? ਉਹਨੇ ਹੁਣ ਐਗਜ਼ਾਮ ਦਿੱਤਾ ਹੋਇਆ 7.5। 7.5 ਜੀ। ਜੀ ਆਪਾਂ ਸਕਰੀਨ ਤੇ ਤੁਸੀਂ ਟੀਵੀ ਸਕਰੀਨ ਦੇ ਆਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਜੀ ਇਹਨਾਂ ਦਾ ਜਿਹੜਾ ਕੁਐਸਚਨ ਹੈ ਜੀ ਕਿ ਮੌਂਟਰੀਅਲ ਤੋਂ ਡਿਪਲੋਮਾ ਕੀਤਾ ਹੈਗਾ ਗਾ ਤੇ ਕੀ ਟੋਰਾਂਟੋ ਦੇ ਵਿੱਚ ਮੈਂ ਆ ਕੇ ਪੀਆਰ ਅਪਲਾਈ ਕਰ ਸਕਦੇ ਹਾਂ। ਦੇਖੋ ਟੋਰਾਂਟੋ ਦੇ ਵਿੱਚ ਜੀ ਐਜ਼ ਲੌਂਗ ਐਜ਼ ਤੁਸੀਂ ਇਹ 1 ਸਾਲ ਉੱਥੇ ਜੌਬ ਕਰ ਲੈਣ NOC 0AB ਦੇ ਵਿੱਚ ਤੋ देयर इज अ ਚਾਂਸਸ ਕਿ ਵੀ ਉਹ ਐਕਸਪ੍ਰੈਸ ਐਂਟਰੀ ਲਈ ਡਿਪੈਂਡ ਕਰੂਗਾ ਕਿ ਉਹਨਾਂ ਦੇ CLV ਸਕੋਰ ਕੀ ਬਣਦਾ ਹੈਗਾ ਗਾ ਤੇ ਉਹਦੇ ਮੁਤਾਬਕ CRS ਕੈਲਕੂਲੇਟਰ ਦੇਖ ਕੇ ਕਿ ਕਿੰਨਾ ਇਹਨਾਂ ਦਾ CRS ਸਕੋਰ ਬਣਦਾ ਗਾ ਇੱਕ ਤਾਂ ਐਕਸਪ੍ਰੈਸ ਐਂਟਰੀ ਵਾਸਤੇ ਕੁਆਲੀਫਾਈ ਕਰ ਸਕਦੇ ਨੇ ਤੇ ਦੂਸਰਾ ਓਨਟਾਰੀਓ PNP ਦੇ ਵਿੱਚ ਡਿਪੈਂਡ ਕਰੂਗਾ ਕਿ ਜਿਹੜੇ EMPLOYER ਕੋਲੇ ਜਾਂਦੇ ਨੇ ਕੰਮ ਕਰਦੇ ਨੇ ਉਹ ਵਿਦਨ GTA ਹੈਗਾ ਜਾਂ GTA ਤੋਂ ਬਾਹਰ ਹੈਗੇ ਨੇ ਤੇ ਉਹਨਾਂ ਦੀ ਕਿੰਨੀ ਨੈਟਵਰਥ ਹੈਗੀ ਆ ਤੇ ਕਿੰਨੇ ਉਹਨਾਂ ਕੋਲ ਫੋਰਨ ਨੈਸ਼ਨਲਸ ਕੰਮ ਕਰਦੇ ਨੇ ਤੇ ਇਹਨਾਂ ਨੂੰ ਕਿਦਾਂ ਦੀ ਜਿਹੜੀ ਜੌਬ ਆਫਰ ਆ ਉਹ ਪ੍ਰੋਵਾਈਡ ਕਰਦੇ ਨੇ। ਸੋ ਬੇਸਡ ਔਨ ਆਲ ਦੋਸ ਫੈਕਟਰਸ ਇਹਨਾਂ ਦਾ ਦੋ ਤਰੀਕੇ ਨਾਲ ਹੋ ਸਕਦਾ ਹੈ। ਐਕਸਪ੍ਰੈਸ ਐਂਟਰੀ ਵੀ ਹੋ ਸਕਦੀ ਹੈ ਤੇ ਓਨਟਾਰੀਓ PNP ਵੀ ਹੋ ਸਕਦੀ ਹੈ। ਬਿਲਕੁਲ। ਤੇ ਸਰ ਇੱਕ ਕੁਐਸਚਨ ਜਿਹੜਾ ਆਪਾਂ ਗੱਲਬਾਤ ਕਰ ਸੀ ਰਿਫਿਊਜੀ ਕਲੇਮਸ ਦੇ ਬਾਰੇ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕਈਆਂ ਦੀ ਅਸੀਂ ਦੇਖ ਰਹੇ ਹਾਂ ਕਿ ਐਪਲੀਕੇਸ਼ਨਸ ਪੈਂਡਿੰਗ ਪਈਆਂ ਹੋਈਆਂ ਨੇ। ਅਜਿਹੇ ਵਿੱਚ ਕੀ ਕੋਈ ਤੁਹਾਨੂੰ ਲੱਗ ਰਿਹਾ ਕਿ ਪੈਂਡੈਮਿਕ ਦਾ ਇਸ ਦੇ ਉੱਤੇ ਕੋਈ ਪੋਜ਼ਿਟਿਵ ਰਿਜ਼ਲਟ ਦੇਖਣ ਨੂੰ ਮਿਲ ਸਕਦਾ? ਜਿਵੇਂ ਸਰਕਾਰ ਅਜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਿਹੜੀਆਂ ਇਸ ਵਕਤ ਫੈਡਰਲ ਦੀਆਂ ਕੱਢ ਰਹੀ ਹੈ ਐਪਲੀਕੇਸ਼ਨਸ। ਸੋ ਅਜਿਹੇ ਵਿੱਚ ਕੀ ਤੁਹਾਨੂੰ ਲੱਗ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਪੋਜ਼ਿਟਿਵ ਰਿਫਿਊਜੀਸ ਤੇ ਬਣੀਆਂ ਵੀ ਕੁਝ ਕੇਸਿਸ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਕੁਝ ਪੋਜ਼ਿਟਿਵ ਜਿਹੜੀ ਸਰਕਾਰ ਬਣੀਆਂ? ਦੇਖੋ ਤਰਨ ਜੀ ਬਿਲਕੁਲ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਜਿਹੜੀ ਟਰੂਡੋ ਗਵਰਨਮੈਂਟ ਆਲਵੇਜ਼ ਇਮੀਗ੍ਰੇਸ਼ਨ ਦੀ ਫਰੈਂਡਲੀ ਰਹੀ ਆ ਤੇ ਜਿਹੜੇ ਰਿਫਿਊਜੀ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਵੀ ਜਿਨ੍ਹਾਂ ਨੇ ਫਰੰਟ ਲਾਈਨ ਦੇ ਵਿੱਚ ਕੰਮ ਕੀਤਾ ਹੈਗਾ ਤੇ ਕਦੇ ਵੀ ਐਕਸੈਪਸ਼ਨ ਨਹੀਂ ਸੀ ਹੁੰਦੀ। ਸੋ ਕਿਤੇ ਨਾ ਕਿਤੇ ਕੈਨੇਡਾ ਇਜ਼ ਅ ਲੈਂਡ ਆਫ ਇਮੀਗ੍ਰੈਂਟਸ ਤੇ ਇਮੀਗ੍ਰੈਂਟਸ ਇੱਥੇ ਜ਼ਰੂਰਤ ਆ ਇਸ ਕੰਟਰੀ ਨੂੰ ਤੇ ਜਦੋਂ ਤੁਸੀਂ ਬਾਹਰੋਂ ਸਾਡੀ ਇਨਟੇਕ ਬੰਦ ਹੋਈ ਹੋਈ ਆ ਬਾਹਰੋਂ ਰਿਸਟ੍ਰਿਕਸ਼ਨ ਨੇ ਕਿ ਤੁਸੀਂ ਟਰੈਵਲ ਨਹੀਂ ਕਰ ਸਕਦੇ ਸੋ ਕਾਫੀ ਕੁਛ ਆ। ਸੋ ਕਿਤੇ ਨਾ ਕਿਤੇ ਕੈਨੇਡੀਅਨ ਗਵਰਨਮੈਂਟ ਦਾ ਇਹ ਫੋਕਸ ਹੈਗਾ ਜਿਹੜੇ ਇੰਡੀਵਿਜੂਅਲ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਨੇ ਉਹ ਪਰਮਾਨੈਂਟ ਰੈਜ਼ੀਡੈਂਟ ਹੋ ਜਾਣ। ਜਿਹੜੀ ਸਾਡੀ ਲੇਬਰ ਮਾਰਕੀਟ ਦੀ ਨੀਡ ਹੈਗੀ ਆ ਇਮੀਡੀਏਟ ਨੀਡ ਹੈਗੀ ਆ ਉਹ ਫੁਲਫਿਲ ਹੋ ਜੇ ਤੇ ਉਸੇ ਸੇਮ ਨੋਟ ਤੇ ਜੀ ਰੀਸੈਂਟਲੀ ਇਮੀਗ੍ਰੇਸ਼ਨ ਨੇ ਕੀ ਕਰਿਆ ਕਿ ਵੀ ਜਿਹੜੇ ਵਿਜ਼ਿਟਰ ਵੀਜ਼ਾ ਹੋਲਡਰ ਸੀ ਉਹਨਾਂ ਨੂੰ ਯੂਜ਼ ਟੂ ਵੀ ਬਾਰਡਰ ਤੇ ਜਾ ਕੇ ਵਰਕ ਪਰਮਿਟ ਲੈਣਾ ਪੈਂਦਾ ਸੀ। ਸੋ ਬੇਸਿਕਲੀ ਉਹਨਾਂ ਨੂੰ ਕੰਟਰੀ ਆਊਟ ਕਰਕੇ ਬਾਹਰ ਨੇ ਕੰਟਰੀ ਛੱਡ ਕੇ ਫਿਰ ਅੰਦਰ ਆਉਣਾ ਪੈਂਦਾ ਸੀ ਤੇ ਫਿਰ ਵਰਕ ਪਰਮਿਟ ਅਪਲਾਈ ਕਰਨਾ ਪੈਂਦਾ ਸੀ। ਸੋ ਉਹਦੇ ਵਿੱਚ ਐਕਸੈਪਸ਼ਨ ਇਹ ਦਿੱਤੀ ਆ ਇਮੀਗ੍ਰੇਸ਼ਨ ਨੇ ਕਿ ਤੁਸੀਂ ਹੁਣ ਇਨਸਾਈਡ ਕੈਨੇਡਾ ਆਨਲਾਈਨ ਰਿਕੁਆਇਰਮੈਂਟ ਦੀ ਐਪਲੀਕੇਸ਼ਨ ਲਗਾ ਸਕਦੇ ਹੋ ਬਟ ਜਿਹੜੀ ਬਾਕੀ ਰਿਕੁਆਇਰਮੈਂਟਸ ਨੇ ਜਿੱਦਾਂ LMIA ਦੀ ਲੋੜ ਹੈਗੀ ਆ ਜੌਬ ਆਫਰ ਜੌਬ ਕੰਟਰੈਕਟ ਰੈਜ਼ੂਮੇ ਐਂਡ ਆਲ ਅਦਰ ਰਿਕੁਆਇਰਮੈਂਟਸ ਉਹ ਤੁਹਾਨੂੰ ਦੇਣੀਆਂ ਪੈਂਦੀਆਂ ਨੇ। ਬਟ ਜਿੱਦਾਂ ਤੁਹਾਡਾ ਕੁਐਸਚਨ ਹੈ ਕਿ ਵੀ ਕੋਈ ਚੇਂਜਸ ਆਉਣਗੇ ਜਿਸ ਮੈਨੂੰ ਕਾਫੀ ਉਮੀਦ ਆ ਜੀ ਕਿ ਰਿਫਿਊਜੀਆਂ ਨੂੰ ਤੇ ਕੇਸਿਸ ਨੂੰ ਕਿਤੇ ਨਾ ਕਿਤੇ ਸੁਖਾਲਾ ਕੀਤਾ ਜਾਊਗਾ। ਇਸ ਪ੍ਰੀਤਪਾਲ ਹੁਣ ਰੁਕ ਕਰਾਂ ਮੇਰਾ ਇੱਕ ਆਖਰੀ ਸਵਾਲ ਤੁਹਾਨੂੰ ਇਹ ਹੈ ਕਿ ਜਿਨ੍ਹਾਂ ਨੇ ਇਸ ਵਕਤ ਕੈਨੇਡਾ ਵਿੱਚ ਆਪਣਾ ਕੋਈ ਸਟੇਟਸ ਜਿਹੜੇ ਸਟੇਟਸ ਤੇ ਆਉਂਦੇ ਨੇ ਉਹ ਸਟੇਟਸ ਖੋ ਦਿੱਤਾ ਆ ਉਹ ਕੀ ਕਰਨ? ਦੇਖੋ ਤਰਨ ਜੀ ਜੇ ਕੋਈ ਅਗੇਨ ਕੋਵਿਡ ਕਰਕੇ ਕਿ ਜੇ ਤੁਸੀਂ ਜਨਵਰੀ 27 ਤੋਂ ਔਨਵਰਡਸ ਜੇ ਤੁਹਾਡਾ ਤੁਸੀਂ ਵਿਜ਼ਿਟਰ ਸੀ ਜਾਂ ਵਰਕ ਪਰਮਿਟ ਹੋਲਡਰ ਸੀ ਜਾਂ ਇਨਫੈਕਟ ਸਟੱਡੀ ਪਰਮਿਟ ਹੋਲਡਰ ਸੀ ਤੁਸੀਂ ਕਿਸੇ ਕਾਰਨ ਕਰਕੇ ਆਪਣੀ ਐਕਸਟੈਂਸ਼ਨ ਦੀ ਐਪਲੀਕੇਸ਼ਨ ਨਹੀਂ ਲਗਾ ਸਕੇ ਤਾਂ ਇਮੀਗ੍ਰੇਸ਼ਨ ਨੇ ਹੁਣ ਤੁਹਾਨੂੰ ਉਹ ਜਿਹੜਾ 90 ਡੇਜ਼ ਦੀ ਰਿਸਟੋਰੇਸ਼ਨ ਦਾ ਟਾਈਮ ਸੀ ਉਹ ਵਧਾ ਕੇ ਹੁਣ ਦਸੰਬਰ 31 ਕਰ ਦਿੱਤਾ ਗਿਆ ਹੈਗਾ ਤੇ ਤੁਸੀਂ ਆਪਣੇ ਸਟੇਟਸ ਨੂੰ ਰੀਸਟੋਰ ਕਰ ਸਕਦੇ ਹੋ। ਤਾਂ ਅਗੇਨ ਇਮੀਗ੍ਰੇਸ਼ਨ ਕੋਵਿਡ ਕਰਕੇ ਕਾਫੀ ਰਿਲੈਕਸੇਸ਼ਨ ਦੇ ਰਹੀ ਹੈ। ਜੀ ਬਿਲਕੁਲ ਬਹੁਤ ਸ਼ੁਕਰੀਆ ਇਸ ਵਕਤ ਤੁਸੀਂ ਸਾਡੇ ਨਾਲ ਬਣੇ ਹੋ ਤੇ ਸਾਡੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ। ਇਸ ਵਕਤ ਅਸੀਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ ਜੀ ਤੇ ਤੁਹਾਡੇ ਸਵਾਲਾਂ ਦੇ ਬਾਕੀ ਦੇ ਵੀ ਜਵਾਬ ਦੇਵਾਂਗੇ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਟੋਰਾਂਟੋ ਆਫਿਸ ਲਈ ਅੱਜ ਹੀ ਸੰਪਰਕ ਕਰੋ 149296 ਡਿਊ ਰੋਡ ਮਿਸੀਸਾਗਾ। ਕਾਲੇ ਜਾਦੂ ਦੇ ਮਾਹਰ ਬਾਬਾ ਖਾਨ ਬੰਗਾਲੀ ਜੀ ਜੋ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ। ਸਮੱਸਿਆ ਕੋਈ ਵੀ ਹੋਵੇ ਵਸ਼ੀਕਰਨ ਲਵ ਮੈਰਿਜ ਮੁੱਠ ਕਰਨੀ ਕਾਰੋਬਾਰ ਨੌਕਰੀ PR ਵਿੱਚ ਰੁਕਾਵਟ ਅਤੇ ਲਾਟਰੀ ਨੰਬਰ ਵੀ ਨਿਕਲਵਾਓ। ਘਰ ਬੈਠੇ ਸਿਰਫ 21 ਮਿੰਟਾਂ ਵਿੱਚ ਕਰਵਾਓ ਆਪਣੀ ਸਮੱਸਿਆ ਦਾ ਹੱਲ ਤੇ ਹਰ ਜਗ੍ਹਾ ਤੋਂ ਧੋਖਾ ਖਾਦੇ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰਨ। ਨੰਬਰ ਹੈ 9858 00700 9859 00786।
ਬਰੈਂਪਟਨ ਟੀਵੀ ਐਂਡ ਅਪਲਾਈਐਂਸਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਸਟੇਨਲੈਸ ਸਟੀਲ ਤੁਸੀਂ ਲੈ ਸਕਦੇ ਹੋ 2999 ਚ। ਸੋਨੀ ਸੈਮਸੰਗ ਪੈਨਾਸੋਨਿਕ ਐਂਡ ਸ਼ਾਰਪ ਬ੍ਰਾਂਡ ਦੇ ਟੀਵੀ ਅਸੀਂ ਕੈਰੀ ਕਰਦੇ ਹਾਂ, ਜਿਹਦੇ ਚ 699 ਦਾ 50 ਇੰਚ LED ਸਮਾਰਟ ਟੀਵੀ ਮਿਲੇਗਾ, 60 ਇੰਚ ਦਾ LED ਸਮਾਰਟ ਟੀਵੀ 1199 ਚ ਲੈ ਸਕੋਗੇ। ਔਰ ਸਾਡੀ ਸਲੀਪ ਗੈਲਰੀ ਸੀਲੀ ਦਾ ਕਾਰਪੋਰੇਟ ਸਟੋਰ ਹੋਣ ਕਰਕੇ ਪੋਸਟੋਪੈਡਿਕ ਮੈਟਰਸ ਬੈਸਟ ਮੈਟਰਸ ਤੁਹਾਨੂੰ ਦਿੱਤਾ ਜਾ ਰਿਹਾ $2000 ਵਾਲਾ 599 ਦਾ ਵਿਦ ਐਕਸਟਰਾ ਪਿਲੋ ਟੌਪ। ਤੁਸੀਂ ਪਹੁੰਚਣਾ ਹੈ ਬੋਵੇਡ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਤੇ 905 450 2828 bramptonappliances.ca ਸਾਡੀ ਵੈਬਸਾਈਟ 905 450 2828। ਬ੍ਰੇਕ ਤੋਂ ਬਾਅਦ ਫਿਰ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਦੇ ਵਿੱਚ। ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ। ਤੁਹਾਡਾ ਕੋਈ ਸਵਾਲ ਹੈ ਸਾਨੂੰ ਹੇਠ ਲਿਖੇ ਨੰਬਰ ਉੱਤੇ ਕਾਲ ਕਰ ਸਕਦੇ ਹੋ। ਤੇ ਸਾਡੇ ਨਾਲ ਇਸ ਵਕਤ ਵਰਲਡ ਗੇਟਵੇ ਇਮੀਗ੍ਰੇਸ਼ਨ ਦੇ ਟੋਰਾਂਟੋ ਆਫਿਸ ਤੋਂ ਇਸਪ੍ਰੀਤ ਜੀ ਜੁੜ ਚੁੱਕੇ ਨੇ। ਇਸਪ੍ਰੀਤ ਜੀ, ਆਪਾਂ ਗੱਲਬਾਤ ਕਰ ਰਹੇ ਹਾਂ ਇਸ ਵਕਤ ਕੈਨੇਡੀਅਨ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਜੋ ਨਵੀਆਂ ਅਪਡੇਸ਼ਨਸ ਆ ਰਹੀਆਂ ਨੇ। ਬਾਇਓਮੈਟ੍ਰਿਕਸ ਨੂੰ ਲੈ ਕੇ ਕੀ ਕੋਈ ਇਸ ਵਕਤ ਅਪਡੇਸ਼ਨਸ ਦੇਖਣ ਨੂੰ ਮਿਲ ਰਹੀਆਂ ਨੇ? ਕਿਉਂਕਿ ਬਹੁਤ ਸਾਰੀਆਂ ਫਾਈਲਸ, ਖਾਸ ਤੌਰ ਤੇ PR ਦੀਆਂ ਫਾਈਲਸ ਦੀ ਗੱਲ ਕਰੀਏ, ਬਾਇਓਮੈਟ੍ਰਿਕਸ ਕਰਕੇ ਪ੍ਰੋਸੈਸਿੰਗ ਇਸ ਵਕਤ ਉੱਥੇ ਹੀ ਉਹਨਾਂ ਦੀ ਰੁਕੀ ਹੋਈ ਹੈ। ਹਾਂਜੀ ਬਿਲਕੁਲ, ਬਾਇਓਮੈਟ੍ਰਿਕਸ ਦੀ ਆਪਾਂ ਬਾਇਓਮੈਟ੍ਰਿਕਸ ਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ, ਪਹਿਲਾਂ ਉਹਨਾਂ ਦਾ ਸਵਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਅਲਬਰਟਾ ਤੋਂ ਬੋਲਦੇ ਹਾਂ। ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਲੈਣੀ ਸੀ, ਜਿਵੇਂ ਸਟੂਡੈਂਟਸ ਦੀ ਗੱਲ ਕਰ ਰਹੇ ਆ, ਜੇ ਉਹਨਾਂ ਦਾ 1 ਸਾਲ ਦੀ ਸਟੱਡੀ ਹੈ ਜਿਹੜੀ ਅੰਟਾਰੀਓ ਦੇ ਵਿੱਚ ਡਨ ਹੋ ਗਈ ਆ, ਲਾਈਕ ਵਿਚ 2 ਸਮੈਸਟਰ, ਤਾਂ ਉਹ ਜੇ ਅਲਬਰਟਾ ਚ ਮੂਵ ਹੁੰਦੇ ਆ ਤੇ ਕੀ ਉਹ ਇੱਥੇ 1 ਸਾਲ ਦੇ ਵਰਕ ਪਰਮਿਟ ਤੇ ਹੀ PR ਲਗਾ ਸਕਦੇ ਜਾਂ ਉਹਨਾਂ ਨੂੰ ਹਜੇ ਫਰਦਰ 1 ਸਾਲ ਹੋਰ ਕਾਲਜ ਜਾਣਾ ਪੈਣਾ? ਤੇ ਜੇ ਉਹ ਲਾ ਸਕਦੇ ਆ ਤੇ ਉਹਦੀਆਂ ਕੀ ਰਿਕੁਆਇਰਮੈਂਟਸ ਆ, ਕੀ ਪਲੀਜ਼ ਤੁਸੀਂ ਮੈਨੂੰ ਇਹਦੇ ਬਾਰੇ ਇਨਫੋਰਮੇਸ਼ਨ ਦੇ ਸਕਦੇ ਹੋ? ਜੀ ਇਸਪ੍ਰੀਤ ਜੀ, ਤੁਹਾਨੂੰ ਸਵਾਲ ਸੁਣ ਗਿਆ? ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਇਹਨਾਂ ਨੂੰ ਜਾਂ ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ? ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਵੈਲ ਹਾਂਜੀ, ਜਿਵੇਂ ਉਹਨਾਂ ਨੇ ਦੱਸਿਆ ਕਿ 1 ਸਾਲ ਦੀ ਸਟੱਡੀ ਉਹਨਾਂ ਨੇ ontario ਦੇ ਵਿੱਚ ਕੰਪਲੀਟ ਕੀਤੀ ਹੈ, ਉਹਨਾਂ ਵਾਸਤੇ ਰਿਕਮੈਂਡੇਸ਼ਨ ਇਹੀ ਹੈ ਕਿ ਉਹ 1 ਸਾਲ ਦੀ ਸਟੱਡੀ ਹੋਰ ਅਲਬਰਟਾ ਦੇ ਵਿੱਚ ਲੈਣ, ਤਾਂ ਜੋ ਕਿ ਉਸ ਤੋਂ ਬਾਅਦ ਦੇ ਵਿੱਚ 2 ਇਅਰਸ ਦਾ ਜਦੋਂ ਇਹਨਾਂ ਨੇ ਸਟੱਡੀ ਕੰਪਲੀਟ ਕੀਤੀ ਹੁੰਦੀ ਹੈ, ਆਫਟਰ ਦੈਟ 3 ਇਅਰਸ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਉਹਨਾਂ ਨੂੰ ਮਿਲਦਾ ਹੈ। ਐਂਡ ਆਫਟਰ ਦੈਟ ਉਹ 1 ਸਾਲ ਕੰਮ ਕਰਕੇ ਆਪਣੀ PNP ਜਾਂ ਫਿਰ ਐਕਸਪ੍ਰੈਸ ਐਂਟਰੀ ਦੇ ਥਰੂ ਐਪਲੀਕੇਸ਼ਨ ਲਗਾਉਣ। ਜੀ, ਤੇ ਆਪਾਂ ਗੱਲ ਕਰ ਰਹੇ ਸੀ ਜੀ ਬਾਇਓਮੈਟ੍ਰਿਕਸ ਦੇ ਬਾਰੇ ਵਿੱਚ ਕੋਈ ਅਪਡੇਸ਼ਨ ਆਈ ਹੋਵੇ ਇਸ ਵਕਤ, ਕਿਉਂਕਿ PR ਦੀਆਂ ਕਾਫੀ ਫਾਈਲਸ ਇਸ ਵਕਤ ਵੇਟਿੰਗ ਦੇ ਵਿੱਚ ਹੈਗੀਆਂ ਨੇ। ਹਾਂਜੀ ਬਿਲਕੁਲ, ਰੀਸੈਂਟ ਅਪਡੇਟ ਬਾਇਓਮੈਟ੍ਰਿਕਸ ਦਾ ਇਹੀ ਹੈ ਕਿ ਬਾਇਓਮੈਟ੍ਰਿਕਸ ਦੀਆਂ ਹੁਣ ਲੋਕੇਸ਼ਨਸ ਨੇ ਬਾਇਓਮੈਟ੍ਰਿਕਸ ਲੈਣੇ ਸ਼ੁਰੂ ਕਰ ਦਿੱਤੇ ਨੇ, ਬਟ ਇਹ ਹੈ ਕਿ ਸਾਰਿਆਂ ਦਾ ਇੰਨੀ ਜਲਦੀ ਕੰਪਲੀਟ ਨਹੀਂ ਹੋਏਗਾ। ਸਰਵਿਸ ਕੈਨੇਡਾ ਦੇ ਜਿਹੜੇ ਆਫਿਸ ਨੇ ਉਹ ਖੁਦ ਐਪਲੀਕੈਂਟਸ ਨੂੰ ਕੰਟੈਕਟ ਕਰ ਰਹੇ ਨੇ, ਬਿਕੋਜ਼ ਜਿਨ੍ਹਾਂ ਦੀਆਂ ਅਪਾਇੰਟਮੈਂਟਸ ਪਹਿਲਾਂ ਬਣੀਆਂ ਹੋਈਆਂ ਸੀ, ਪਹਿਲਾਂ ਕੈਂਸਲ ਹੋਈਆਂ ਨੇ, ਪਹਿਲਾਂ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਏਗੀ ਐਂਡ ਆਫਟਰ ਦੈਟ ਜਿਹੜੀ ਨਿਊ ਐਪਲੀਕੇਸ਼ਨਸ ਨੇ ਉਹ ਲਈਆਂ ਜਾਣਗੀਆਂ। ਇਸ ਤੋਂ ਇਲਾਵਾ ਇਹ ਸਿਰਫ ਜੀ ਬਿਲਕੁਲ, ਤੁਸੀਂ ਆਪਣੀ ਕੰਪਲੀਟ ਕਰ ਸਕਦੇ ਹੋ। ਮੈਂ ਕਾਲਰ ਨੂੰ ਕਹਾਂਗੀ ਪਲੀਜ਼ ਕੁਝ ਸਮੇਂ ਲਈ ਤੁਸੀਂ ਆਪਣੀ ਕਾਲ ਹੋਲਡ ਕਰਿਓ ਜੀ। ਇਸਪ੍ਰੀਤ ਜੀ, ਹਾਂਜੀ, ਇਹ ਸਿਰਫ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨਸ ਲਈ ਬਾਇਓਮੈਟ੍ਰਿਕਸ ਹੋਣਗੇ, ਪਰ ਜਿਹੜੀਆਂ ਟੈਂਪਰੇਰੀ ਰੈਜ਼ੀਡੈਂਸ ਵਾਲੀਆਂ ਐਪਲੀਕੇਸ਼ਨਸ ਨੇ ਉਹ ਸਟਿਲ ਹਜੇ ਕੁਝ ਹੋਲਡ ਤੇ ਨੇ, ਐਂਡ ਕੁਝ ਜਿਹੜੀਆਂ ਅਸੈਂਸ਼ੀਅਲ ਵਰਕਰਸ ਵਾਲੀਆਂ ਬਾਇਓਮੈਟ੍ਰਿਕਸ ਐਗਜ਼ੈਂਪਟਡ ਨੇ ਐਂਡ ਵਿਦਆਊਟ ਬਾਇਓਮੈਟ੍ਰਿਕਸ ਹੀ ਪ੍ਰੋਸੈਸ ਹੋ ਰਹੀਆਂ ਨੇ। ਜੀ ਬਿਲਕੁਲ, ਤੇ ਅਸੀਂ ਦੇਖ ਰਹੇ ਹਾਂ ਇਸ ਵਕਤ ਬਾਇਓਮੈਟ੍ਰਿਕਸ ਦੀ ਮੈਂ ਹੋਰ ਕੁਐਸਚਨ ਤੁਹਾਡੇ ਤੋਂ ਪੁੱਟ ਕਰਾਂਗੀ। ਪਹਿਲਾਂ ਇੱਕ ਦਰਸ਼ਕ ਹੋਰ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ ਅਸੀਂ। ਹੈਲੋ, ਹਾਂਜੀ ਪਲੀਜ਼ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਘਟਾ ਦਿਓ। ਹਾਂਜੀ ਮੈਂ ਇਹ ਪੁੱਛਣਾ ਸੀ, ਸਾਡੀ ਫਾਈਲ ਲੱਗੀ ਹੋਈ ਹੈ ਅਕਤੂਬਰ ਚ। ਮੈਂ ਕਿੱਥੋਂ ਬੋਲ ਰਹੇ ਹੋ ਤੁਸੀਂ? ਹਾਂਜੀ ਸਰੀ ਤੋਂ ਬੋਲ ਰਹੀ ਹਾਂ ਜੀ। ਸਰੀ ਤੋਂ ਜੀ। ਹਾਂਜੀ, ਸਾਡੀ 16 ਅਕਤੂਬਰ 2019 ਦੀ ਫਾਈਲ ਲੱਗੀ ਹੋਈ ਹੈ। ਸਟੇਟਸ ਜੂਨ ਦੇ ਵਿੱਚ ਐਕਸਪਾਇਰ ਹੋ ਗਿਆ, ਬਟ ਉਹਨਾਂ ਦਾ ਕੋਈ ਜਵਾਬ ਉਸ ਤੋਂ ਬਾਅਦ ਕੁਝ ਵੀ ਹਜੇ ਤੱਕ ਸਾਡਾ ਆਇਆ ਨਹੀਂ। ਇਹ ਕਿਉਂ ਹੋ ਰਿਹਾ? ਮੈਮ ਤੁਹਾਡੀ ਕਿਹੜੀ ਫਾਈਲ ਲੱਗੀ ਹੈ? ਤੁਹਾਡੀ ਐਕਸਪ੍ਰੈਸ ਐਂਟਰੀ ਲੱਗੀ ਹੋਈ ਹੈ ਜੀ। ਐਕਸਪ੍ਰੈਸ ਐਂਟਰੀ ਦੀ, ਤੇ ਕਿਹੜਾ ਸਟੇਟਸ ਤੁਹਾਡਾ ਐਕਸਪਾਇਰ ਹੋਇਆ? ਹਾਂਜੀ, ਸਾਡੀ ਫਾਈਲ ਦਾ ਐਕਸਪ੍ਰੈਸ ਐਂਟਰੀ ਦਾ ਸਟੇਟਸ ਐਕਸਪਾਇਰ ਹੋ ਗਿਆ, ਇਨ ਪ੍ਰੋਗਰੈਸ ਜੀ। ਇਸਪ੍ਰੀਤ ਜੀ, ਇਹਨਾਂ ਨੇ 16 ਅਕਤੂਬਰ 2019 ਨੂੰ ਐਕਸਪ੍ਰੈਸ ਐਂਟਰੀ ਦੀ ਫਾਈਲ ਲਗਾਈ ਸੀ ਤੇ ਹੁਣ ਸਾਲ ਹੋ ਚੁੱਕਾ, ਸਾਲ ਲਗਭਗ ਹੋਣ ਵਾਲਾ ਹੈ, ਤੇ ਉਹ ਕਹਿ ਰਹੇ ਨੇ ਕਿ ਸਟੇਟਸ ਐਕਸਪਾਇਰ ਹੋ ਗਿਆ ਉਹਨਾਂ ਦਾ, ਤੇ ਅਜੇ ਤੱਕ ਕੋਈ ਇਹ ਨਹੀਂ ਆ ਰਿਹਾ, ਸਿਰਫ ਇਹੀ ਆ ਰਿਹਾ ਕਿ ਪ੍ਰੋਸੈਸਿੰਗ ਦੇ ਵਿੱਚ ਆ ਰਹੀ ਹੈ ਐਪਲੀਕੇਸ਼ਨ। ਵੈਲ ਜਿੱਦਾਂ ਇਹਨਾਂ ਨੇ ਦੱਸਿਆ ਕਿ ਐਕਸਪ੍ਰੈਸ ਐਂਟਰੀ ਦੀ ਇਹਨਾਂ ਦੀ ਐਪਲੀਕੇਸ਼ਨ ਇਹਨਾਂ ਨੂੰ ਕੁਝ ਪੁੱਛਣਾ ਚਾਹੁੰਦੇ ਹੋ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
ਵੈਲ ਜਿਵੇਂ ਇਹਨਾਂ ਦਾ ਐਕਸਪ੍ਰੈਸ ਐਂਟਰੀ ਦੀ ਐਪਲੀਕੇਸ਼ਨ ਲੱਗੀ ਹੋਈ ਹੈ ਬਟ ਹਜੇ ਉਹਦਾ ਰਿਜ਼ਲਟ ਨਹੀਂ ਆਇਆ ਹੈਗਾ, ਸਟਿਲ ਪ੍ਰੋਸੈਸਿੰਗ ਦੇ ਵਿੱਚ ਸ਼ੋ ਕਰ ਰਹੀ ਹੈ। ਹੁਣ CIC ਨੇ ਥੋੜਾ ਜਿਹਾ ਇਦਾਂ ਦਾ ਮਤਲਬ ਆਪਣਾ ਜਿਹੜਾ ਡਿਸਪਲੇ ਟਾਈਪ ਇਸ ਤਰੀਕੇ ਦਾ ਕਰਤਾ ਕਿ ਉਹਦੇ 'ਚ ਸ਼ੋ ਹੋਣ ਲੱਗ ਜਾਂਦਾ ਕਿ ਕਿੰਨੇ ਟਾਈਮ ਦੇ ਵਿੱਚ ਐਪਲੀਕੇਸ਼ਨ ਪ੍ਰੋਸੈਸ ਹੋਣੀ ਹੈ, ਹੁਣ ਕਿੰਨਾ ਟਾਈਮ ਰਹਿ ਗਿਆ ਆ। ਤੋ ਉਸ ਹਿਸਾਬ ਨਾਲ ਇਹਨਾਂ ਦਾ ਉਹ ਟਾਈਮ ਆਈ ਥਿੰਕ ਐਕਸਪਾਇਰ ਹੋ ਚੁੱਕਿਆ ਆ ਕਿ ਜਿੰਨੇ 'ਚ ਐਪਲੀਕੇਸ਼ਨ ਕੰਪਲੀਟ ਹੋਣੀ ਸੀ। ਸੋ ਈਵਨ ਇਫ ਉਹ ਪ੍ਰੋਗਰੈਸ ਦੇ ਵਿੱਚ ਹੈਗੀ ਹੈ, ਇਟਸ ਨਾਟ ਕਿ ਉਹ ਇਕੱਲੇ ਇਦਾਂ ਦੇ ਨੇ, ਬਹੁਤ ਸਾਰੀਆਂ ਐਪਲੀਕੇਸ਼ਨਸ ਦੇ ਵਿੱਚ ਜਿਹੜਾ ਟਾਈਮ ਪੀਰੀਅਡ ਆ ਐਕਸੀਡ ਹੋ ਰਿਹਾ ਆ। ਐਂਡ ਪ੍ਰੋਬੈਬਲੀ ਚਾਂਸਸ ਹੈਗੇ ਨੇ ਕਿ ਜਦੋਂ ਥੋੜੀ ਜਿਹੀ ਕੋਵਿਡ ਦੀ ਸਿਚੁਏਸ਼ਨ ਡਾਊਨ ਹੋ ਜਾਏਗੀ ਉਸ ਤੋਂ ਬਾਅਦ ਦੇ ਵਿੱਚ ਹੀ ਆ ਸਾਰੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਪ੍ਰੋਪਰਲੀ ਪ੍ਰੋਸੈਸ ਹੋਣਗੀਆਂ। ਬਟ ਐਪਲੀਕੈਂਟ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਉਨੇ ਕੁ ਟਾਈਮ ਦੇ ਵਿੱਚ ਕਿ ਅਗਰ ਉਹਨਾਂ ਦਾ ਜਿਹੜਾ ਟੈਂਪਰੇਰੀ ਸਟੇਟਸ ਹੈ ਜਿਵੇਂ ਵਰਕ ਪਰਮਿਟ ਦੇ ਉੱਤੇ ਉਹ ਹੈਗੇ ਨੇ, ਉਹਨੂੰ ਉਹ ਐਕਸਪਾਇਰ ਨਾ ਹੋਣ ਦੇ, ਉਸ ਦੀ ਐਪਲੀਕੇਸ਼ਨ ਐਕਸਟੈਂਸ਼ਨ ਵਾਸਤੇ ਆਪਣੇ ਲਗਾਈ ਜਾਣ ਜਦ ਤੱਕ ਉਹਨਾਂ ਦਾ ਰਿਜ਼ਲਟ ਨਹੀਂ ਆਉਂਦਾ ਹੈ ਐਪਲੀਕੇਸ਼ਨ। ਜੀ ਬਿਲਕੁਲ। ਤੇ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗੀ, ਇਸ ਵਕਤ ਬਹੁਤਿਆਂ ਨੇ ਪੈਂਡੈਮਿਕ ਦੇ ਦੌਰਾਨ ਕਈਆਂ ਦੀਆਂ ਜੌਬਸ ਗਈਆਂ ਨੇ, ਕਈਆਂ ਦੀਆਂ ਜੌਬਸ ਦੀ ਟਾਈਮਿੰਗ ਘੱਟ ਗਈ, ਜਿਸ ਦੇ ਕਰਕੇ ਸਰਵ ਬੈਨੀਫਿਟਸ ਕਈਆਂ ਨੇ ਲਏ ਆ। ਅਜਿਹੇ ਵਿੱਚ ਜਿਹੜੇ ਸਰਵ ਬੈਨੀਫਿਟਸ ਜਿਨ੍ਹਾਂ ਨੇ ਲਏ ਨੇ, ਕੀ ਉਹ ਸਪਾਂਸਰਸ਼ਿਪ ਅੱਗੇ ਕਿਸੇ ਨੂੰ ਕਰ ਸਕਦੇ ਨੇ? ਕਿ ਸਰਵ ਬੈਨੀਫਿਟਸ ਦਾ ਸਪਾਂਸਰਸ਼ਿਪ ਦੇ ਉੱਤੇ ਕੋਈ ਅਸਰ ਪਏਗਾ? ਓਕੇ, ਹਾਂਜੀ, ਜਿਹੜਾ ਇਹ ਗਵਰਨਮੈਂਟ ਵੱਲੋਂ ਸਭ ਦੇ ਬੈਨੀਫਿਟਸ ਦਿੱਤੇ ਗਏ ਨੇ, ਇਹਨਾਂ ਦਾ ਐਜ਼ ਸੱਚ ਐਪਲੀਕੇਸ਼ਨਸ ਦੇ ਉੱਤੇ ਕੋਈ ਇਫੈਕਟ ਨਹੀਂ ਪਏਗਾ। ਰੀਜ਼ਨ ਬੀਇੰਗ ਸਭ ਤੋਂ ਪਹਿਲੀ ਗੱਲ ਤਾਂ ਇਹਦੀ ਵੀ ਇੱਕ ਐਲੀਜੀਬਿਲਿਟੀ ਕ੍ਰਾਈਟੇਰੀਆ ਸੀਗਾ ਕਿ ਜਿਨ੍ਹਾਂ ਕੋਲ ਪ੍ਰੀਵੀਅਸਲੀ ਜੌਬ ਸੀਗੀਆਂ ਜਾਂ ਜਿਨ੍ਹਾਂ ਨੇ ਲਾਸਟ ਈਅਰ ਦੇ ਵਿੱਚ ਟੈਕਸ ਕੁਝ ਫਾਈਲ ਕੀਤਾ ਹੋਇਆ ਸੀਗਾ, ਉਹੀ ਇਸ ਚੀਜ਼ ਵਾਸਤੇ ਐਲੀਜੀਬਲ ਸੀਗੇ। ਸੈਕੰਡਲੀ ਹੁਣ ਜੇ ਆਪਾਂ ਸਪਾਂਸਰਸ਼ਿਪ ਦੀ ਗੱਲ ਕਰੀਏ, ਇੱਕ ਸਪਾਂਸਰਸ਼ਿਪ ਹੁੰਦੀ ਪੇਰੈਂਟ ਸਪਾਂਸਰਸ਼ਿਪ ਐਂਡ ਸੈਕੰਡ ਹੈਗਾ ਸਪਾਊਸਲ ਸਪਾਂਸਰਸ਼ਿਪ। ਸਪਾਊਸਲ ਸਪਾਂਸਰਸ਼ਿਪ ਦੇ ਵਿੱਚ ਐਜ਼ ਸੱਚ ਜਿਹੜੀ ਇਨਕਮ ਦੀ ਕੋਈ ਵੀ ਰਿਕੁਆਇਰਮੈਂਟ ਨਹੀਂ ਹੁੰਦੀ ਹੈਗੀ, ਸੋ ਉਸ ਚੀਜ਼ ਦਾ ਇਫੈਕਟ ਸਪਾਊਸਲ ਸਪਾਂਸਰਸ਼ਿਪ ਤੇ ਬਿਲਕੁਲ ਵੀ ਨਹੀਂ ਪੈਂਦਾ ਹੈਗਾ। ਜਿਹੜੀ ਦੂਸਰੀ ਚੀਜ਼ ਹੈ ਪੇਰੈਂਟਸ ਦੀ ਸਪਾਂਸਰਸ਼ਿਪ ਹੈਗੀ ਹੈ, ਉਹਦੇ ਉੱਤੇ ਵੀ ਇਸ ਚੀਜ਼ ਦਾ ਕੋਈ ਇਫੈਕਟ ਨਹੀਂ ਪੈ ਰਿਹਾ ਹੈਗਾ। ਰੀਜ਼ਨ ਬੀਇੰਗ ਕਿ ਉਹ ਕੰਪਲੀਟ ਈਅਰਲੀ ਜਿਹੜੀ ਆਪਾਂ 3 ਸਾਲ ਦੀ ਇਨਕਮ ਰਿਕੁਆਇਰਮੈਂਟ ਮੀਟ ਕਰਨੀ ਹੁੰਦੀ ਹੈ, ਉਹ ਮਤਲਬ ਆਪਾਂ ਨੂੰ ਸ਼ੋ ਕਰਨੀ ਪੈਂਦੀ ਹੈ। ਸੈਕੰਡਲੀ ਜਿਹੜੇ ਸਪਾਂਸਰਡ ਪਰਸਨਸ ਨੇ, ਜੇ ਉਹ ਵੀ CERB ਲੈ ਰਹੇ ਨੇ, ਉਸ ਦਾ ਵੀ ਬਿਲਕੁਲ ਕੋਈ ਇਫੈਕਟ ਨਹੀਂ ਹੈਗਾ। ਜੀ ਬਿਲਕੁਲ। ਇੱਕ ਦਰਸ਼ਕ ਸਾਡੇ ਨਾਲ ਹੋ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਬ੍ਰੈਂਪਟਨ ਤੋਂ ਮੈਮ। ਜੀ ਦੱਸੋ ਕੀ ਸਵਾਲ ਹੈ ਤੁਹਾਡਾ? ਐਕਚੁਅਲੀ ਸਾਡਾ ਨਾ ਬੇਬੀ ਆ 8 ਮੰਥ ਦਾ, ਤੇ ਉਹਨੂੰ ਇੰਡੀਆ ਭੇਜਣਾ ਹੈ, ਉਹਦੇ ਲਈ ਕੀ ਪ੍ਰੋਸੀਜਰ ਫੋਲੋ ਕਰਨਾ ਪਏਗਾ? ਜੀ ਇਸ ਪ੍ਰੀਤ ਜੀ ਤੁਸੀਂ ਆਨਸਰ ਦੋਗੇ ਜਾਂ ਕੁਝ ਪੁੱਛਣਾ ਚਾਹੁੰਦੇ ਹੋ? ਇਹਨਾਂ ਦਾ ਕੁਐਸਚਨ ਹੈ ਕਿ ਇਹਨਾਂ ਦਾ 8 ਮਹੀਨੇ ਦਾ ਬੇਬੀ ਹੈ ਜਿਹਨੂੰ ਕਿ ਇਹ ਇੰਡੀਆ ਭੇਜਣਾ ਚਾਹੁੰਦੇ ਨੇ, ਸੋ ਇਹਦੇ ਲਈ ਕੀ ਪ੍ਰੋਸੈਸ ਹੋ ਸਕਦਾ ਹੈ? ਕੀ ਆਪ ਆਨਸਰ ਦੇ ਸਕਦੇ ਨਾ ਟੀਵੀ ਸਕਰੀਨ ਤੇ ਜਾਂ ਕੁਝ ਪੁੱਛਣਾ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਵੈਲ ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਬੇਬੀ ਨੂੰ ਇੰਡੀਆ ਭੇਜਣਾ, ਸਿੰਪਲ ਇਹਦਾ ਪ੍ਰੋਸੈਸ ਸਿੰਪਲ ਹੀ ਹੈ ਜਿਵੇਂ ਪਹਿਲਾਂ ਹੁੰਦਾ ਸੀਗਾ ਕਿ ਪ੍ਰੋਪਰ ਲੈਟਰ ਲੱਗਦੀ ਹੈ ਜੇ ਅਗਰ ਬੇਬੀ ਨੇ ਇੰਡੀਆ ਜਾਣਾ ਹੈਗਾ, ਪਲੱਸ ਨਾਲ ਇਹ ਚੀਜ਼ ਦੇਖਣੀ ਪੈਂਦੀ ਹੈ ਕਿ ਉਹਨੂੰ ਲੈ ਕੇ ਕੌਣ ਜਾ ਰਿਹਾ। ਸੋ ਉਹਨਾਂ ਨੂੰ ਇੰਨਾ ਕੁ ਚੀਜ਼ ਮੇਕ ਸ਼ੋਰ ਕਰਨੀ ਚਾਹੀਦੀ ਹੈ ਕਿ ਉਹ ਖੁਦ ਹੀ ਉਹਨੂੰ ਡ੍ਰੌਪ ਕਰਕੇ ਆਉਣ। ਮੀਨਸ ਕਿਸੇ ਵਿਜ਼ਟਰ ਜਾਂ ਜਿਵੇਂ ਗ੍ਰੈਂਡ ਪੇਰੈਂਟਸ ਕਿਸੇ ਹੋਰ ਦੇ ਨਾਲ ਨਾ ਭੇਜਣ, ਪ੍ਰੈਫਰੇਬਲੀ ਖੁਦ ਜਾਣ ਐਂਡ ਡ੍ਰੌਪ ਕਰਕੇ ਆਉਣ, ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ। ਜੀ ਬਿਲਕੁਲ। ਤੇ ਇਸ ਤੋਂ ਇਲਾਵਾ ਜਿਹੜਾ ਇੱਕ ਹੋਰ ਕੁਐਸਚਨ ਹੈ ਸਟੂਡੈਂਟਸ ਨੂੰ ਲੈ ਕੇ, ਇੱਕ ਬਹੁਤ ਕਨਫਿਊਜ਼ਨ ਹੋ ਰਹੀ ਹੈ ਕਿ ਜਿਹੜੇ ਇਸ ਵਕਤ ਆਨਲਾਈਨ ਸਟੱਡੀ ਕਰ ਰਹੇ ਨੇ, ਕਿੰਨੇ ਟਾਈਮ ਤੱਕ ਉਹ ਆਨਲਾਈਨ ਸਟੱਡੀ ਕਰ ਸਕਦੇ ਨੇ ਕਿ ਉਹਨਾਂ ਨੂੰ ਉਸ ਤੋਂ ਬਾਅਦ ਜਿਹੜਾ ਪੋਸਟ ਗ੍ਰੈਡ ਵਰਕ ਪਰਮਿਟ ਲੈਣ ਵਿੱਚ ਕੋਈ ਪ੍ਰੋਬਲਮ ਨਾ ਆਵੇ? ਓਕੇ, ਹਾਂਜੀ, ਜਿੱਦਾਂ ਹੁਣ ਸਟੂਡੈਂਟਸ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਸਟੱਡੀ ਦੀ ਰਿਕੁਆਇਰਮੈਂਟ ਮੀਟ ਕਰਨੀ ਹੁੰਦੀ ਹੈ ਕਿ ਅਗਰ 8 to 12 ਮੰਥਸ ਦੀ ਉਹਨਾਂ ਨੇ ਸਟੱਡੀ ਕੀਤੀ ਹੈ ਤਾਂ ਉਹਨਾਂ ਨੂੰ ਅੱਗੇ 1 ਈਅਰ ਦਾ ਵਰਕ ਪਰਮਿਟ ਮਿਲਦਾ ਹੈ। ਸਿਮਿਲਰਲੀ ਅਗਰ 2 ਈਅਰ ਦੀ ਮੀਨਸ 16 to 24 ਮੰਥਸ ਦੀ ਸਟੱਡੀ ਕਰਦੇ ਨੇ ਤਾਂ ਉਹਨਾਂ ਨੂੰ 3 ਈਅਰਸ ਦਾ ਵਰਕ ਪਰਮਿਟ ਮਿਲਦਾ ਹੈ। ਸੋ ਜਿਹੜੇ ਵੀ ਕੋਰਸਿਸ ਨੇ ਜਾਂ ਸੈਪਟੈਂਬਰ ਦੇ ਵਿੱਚ ਸਟਾਰਟ ਹੋਏ ਨੇ 8 to 12 ਮੰਥਸ ਦੇ ਹੈਗੇ ਨੇ, ਅਗਰ ਉਹਨਾਂ ਦੇ ਸਟੱਡੀ ਪਰਮਿਟ ਦੀਆਂ ਐਪਲੀਕੇਸ਼ਨਸ ਅਪਰੂਵ ਹੋਈਆਂ ਨੇ ਐਂਡ ਉਹ ਓਵਰਸੀਜ਼ ਆਨਲਾਈਨ ਸਟੱਡੀ ਕਰ ਰਹੇ ਨੇ ਔਰ ਉਹਨਾਂ ਦੀ ਸਟੱਡੀ April 30, 2021 ਤੋਂ ਪਹਿਲਾਂ ਕੰਪਲੀਟ ਹੁੰਦੀ ਹੈ ਤਾਂ ਉਹ ਕੰਪਲੀਟ 1 ਈਅਰ ਦੇ ਵਰਕ ਪਰਮਿਟ ਲਈ ਐਲੀਜੀਬਲ ਨੇ। ਇਸ ਤੋਂ ਇਲਾਵਾ ਜਿਨ੍ਹਾਂ ਕੋਲ 2 ਇਅਰਸ ਦੀ ਸਟੱਡੀ ਹੈ ਜਾਂ ਫਿਰ 1 ਸਾਲ ਦੇ 2 ਪ੍ਰੋਗਰਾਮਸ ਨੇ, ਉਹਨਾਂ ਵਾਸਤੇ ਇਹ ਹੈ ਕਿ ਉਹ 50% ਆਪਣਾ ਕੋਰਸ ਜਿਹੜਾ ਆਨਲਾਈਨ ਕੰਪਲੀਟ ਕਰ ਸਕਦੇ ਨੇ ਐਂਡ ਜਿਹੜਾ 50% ਬਚ ਜਾਏਗਾ ਉਹ ਇੱਥੇ ਆ ਕੇ ਕੰਪਲੀਟ ਕਰ ਸਕਦੇ ਨੇ। ਬਿਕੋਜ਼ ਇੱਕ ਕੋਰਸ ਹੈ ਜਿਹੜਾ ਮਤਲਬ ਜੇ ਆਪਾਂ ਹੁਣ ਦੇ ਟਾਈਮ ਤੋਂ ਦੇਖੀਏ ਤਾਂ April 30 ਤੱਕ ਇੱਕ ਕੋਰਸ ਉਹਨਾਂ ਦਾ ਕੰਪਲੀਟ ਹੋ ਸਕਦਾ ਆ। ਸੋ ਉਹਨੂੰ ਆਨਲਾਈਨ ਕਰਕੇ ਨੈਕਸਟ ਜਿਹੜਾ ਆ
ਇੱਥੇ ਕੰਪਲੀਟ ਕਰਕੇ ਉਹਨਾਂ ਦੀ ਟੋਟਲ ਸਟੱਡੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਟਾਈਮ ਵੱਲ ਕਾਊਂਟ ਹੋਏਗੀ ਐਂਡ ਉਹਨਾਂ ਨੂੰ 3 ਇਅਰਸ ਦਾ ਵਰਕ ਪਰਮਿਟ ਮਿਲੇਗਾ। ਜੀ ਇਸ ਪ੍ਰੀਤ ਜੀ, ਜਿਵੇਂ ਅਸੀਂ ਦੇਖ ਰਹੇ ਹਾਂ ਕਿ ਇਸ ਵਕਤ ਗਵਰਨਮੈਂਟ ਜਿਹੜੀ ਹੈ ਕੈਨੇਡੀਅਨ ਗਵਰਨਮੈਂਟ ਅਲੱਗ-ਅਲੱਗ ਕੈਟਾਗਰੀਜ਼ ਦੇ ਉੱਤੇ ਕਾਫੀ ਰਿਸਟ੍ਰਿਕਸ਼ਨਸ ਲਗਾ ਰਹੀ ਹੈ, ਚਾਹੇ ਉਹ ਸਟੂਡੈਂਟਸ ਹੋਣ ਚਾਹੇ ਉਹ ਪੀਆਰ ਹੋਲਡਰਸ ਹੋਣ। ਅਸੀਂ ਦੇਖਦੇ ਹਾਂ ਕਿ ਟਰੈਵਲ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਰਿਸਟ੍ਰਿਕਸ਼ਨਸ ਲੱਗ ਰਹੀਆਂ ਨੇ, ਅਜਿਹੇ ਵਿੱਚ ਕਿ ਵਿਜ਼ਟਰਸ ਦੇ ਉੱਤੇ ਵੀ ਕਿਸੇ ਪ੍ਰਕਾਰ ਦੀ ਕੋਈ ਉਹਨਾਂ ਨੂੰ ਇਨਸਟਰਕਸ਼ਨਸ ਦਿੱਤੀਆਂ ਗਈਆਂ ਨੇ ਸਰਕਾਰ ਵੱਲੋਂ ਜਾਂ ਨਹੀਂ? ਵੈਲ ਜਾਂ ਸਿਮਿਲਰਲੀ ਜਿੱਦਾਂ ਬਾਕੀ ਸਾਰਿਆਂ ਨੂੰ ਟਰੈਵਲ ਰੈਸਟ੍ਰਿਕਸ਼ਨਸ ਹੈਗੀਆਂ ਨੇ, ਵਿਜ਼ਟਰਸ ਦੇ ਉੱਤੇ ਵੀ ਟਰੈਵਲ ਰੈਸਟ੍ਰਿਕਸ਼ਨਸ ਨੇ ਐਂਡ ਇਹ recommend ਕੀਤਾ ਹੈ ਕਿ ਸਿਰਫ ਅਸੈਂਸ਼ੀਅਲ ਪਰਪਸ ਵਾਸਤੇ ਹੀ ਵਿਜ਼ਟਰਸ ਟਰੈਵਲ ਕਰਨ। ਸਪੈਸੀਫਿਕਲੀ ਜਿਹੜੇ ਇਮੀਡੀਏਟ ਫੈਮਿਲੀ ਮੈਂਬਰਸ ਨੇ ਉਹ ਟਰੈਵਲ ਕਰ ਸਕਦੇ ਨੇ, ਬਟ ਉਸ ਚੀਜ਼ ਵਾਸਤੇ ਉਹਨਾਂ ਨੂੰ ਪੋਰਟ ਆਫ ਐਂਟਰੀ ਦੇ ਉੱਤੇ ਉਹੀ ਚੀਜ਼ ਹੈ ਕਿ ਆਪਣਾ ਪਰਪਸ ਵੀ ਸ਼ੋ ਕਰਨਾ ਪਏਗਾ ਕਿ ਉਹਨਾਂ ਦਾ ਆਉਣ ਦਾ ਪਰਪਸ ਅਸੈਂਸ਼ੀਅਲ ਕਿਉਂ ਹੈ, ਪਲੱਸ ਉਹਨਾਂ ਨੂੰ ਜਿਹੜਾ 14 ਡੇਜ਼ ਹੈ ਕੁਆਰੰਟਾਈਨ ਪੀਰੀਅਡ ਦਾ ਪਲਾਨ ਸ਼ੋ ਕਰਨਾ ਪਏਗਾ। ਇਹ ਚੀਜ਼ ਹੈਗੀ ਹੈ। ਤੇ ਸੈਕੰਡਲੀ ਵਿਜ਼ਟਰਸ ਨੂੰ ਇਹ ਮੈਂ ਮੈਸੇਜ ਦੇਣਾ ਚਾਹਾਂਗੀ ਕਿ ਜਿਨ੍ਹਾਂ ਦਾ ਵੀ ਸਟੇਟਸ ਐਕਸਪਾਇਰ ਹੋਇਆ ਹੈ, ਭਾਵੇਂ 90 ਡੇਜ਼ ਤੋਂ ਵੱਧ ਹੋ ਗਿਆ ਉਹਨਾਂ ਦਾ ਸਟੇਟਸ ਐਕਸਪਾਇਰ ਹੋਣ ਨੂੰ, ਹੁਣ ਗਵਰਨਮੈਂਟ ਨੇ ਜਿਹੜਾ ਰੀਸਟੋਰੇਸ਼ਨ ਪੀਰੀਅਡ ਆ 31 ਦਸੰਬਰ 2020 ਤੱਕ ਕਰ ਦਿੱਤਾ ਆ, ਐਕਸਟੈਂਡ ਕਰ ਦਿੱਤਾ ਆ। ਸੋ ਜਿਨ੍ਹਾਂ ਦਾ ਵੀ ਸਟੇਟਸ ਐਕਸਪਾਇਰ ਹੋਇਆ ਹੈ, ਮੇਕ ਸ਼ੋਰ ਕਿ ਆਪਾਂ ਆਪਣਾ ਸਟੇਟਸ ਮੇਨਟੇਨ ਕਰਦੇ ਹਾਂ ਐਂਡ ਉਹ ਆਪਣੀਆਂ ਰੀਸਟੋਰੇਸ਼ਨ ਵਾਸਤੇ ਐਪਲੀਕੇਸ਼ਨ ਜ਼ਰੂਰ ਫਾਈਲ ਕਰਨ, ਬਿਕੋਜ਼ ਕੈਨੇਡਾ ਦੇ ਵਿੱਚ ਰਹਿ ਰਹੇ ਹਾਂ। ਇਟ ਇਜ਼ ਮੋਸਟ ਇੰਪੋਰਟੈਂਟ ਕਿ ਆਪਾਂ ਸਟੇਟਸ ਆਪਣਾ ਮੇਨਟੇਨ ਕਰਕੇ। ਬਿਲਕੁਲ ਜੀ। ਇਸਪ੍ਰੀਤ ਜੀ, ਮੈਂ ਇਸ ਤੋਂ ਪਹਿਲਾਂ ਤੁਹਾਨੂੰ ਕੁਝ ਹੋਰ ਕੁਐਸਚਨਸ ਪੁੱਟ ਕਰਾਂ। ਕੁਝ ਦਰਸ਼ਕ ਜਿਹੜੇ ਸਾਡੇ ਨਾਲ ਫੇਸਬੁੱਕ ਤੇ ਵੀ ਜੁੜੇ ਨੇ, ਅਸੀਂ ਉਹਨਾਂ ਦਾ ਵੀ ਥੋੜੇ ਜਿਹੇ ਸਵਾਲਾਂ ਦੇ ਜ਼ਰੂਰ ਜਵਾਬ ਦੇਣਾ ਚਾਹਾਂਗੇ। ਇੱਕ ਦਰਸ਼ਕ ਪਹਿਲਾਂ ਫੋਨ ਤੇ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਆਪਣੇ ਪਿੱਛੇ ਟੀਵੀ ਸਕਰੀਨ ਦੀ ਆਵਾਜ਼ ਨੂੰ ਪਲੀਜ਼ ਘੱਟ ਕਰ ਦਿਓ। ਹੈਲੋ ਜੀ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ, ਅਸੀਂ ਜੀ ਵੈਸਟਰ ਵੀਜ਼ੇ ਬਾਰੇ ਪੁੱਛਣਾ ਸੀ। ਵਿਨੀਪੈਗ ਤੋਂ ਬੋਲ ਰਹੇ ਜੀ। ਜੀ ਦੱਸੋ, ਕੀ ਸਵਾਲ ਹੈ ਤੁਹਾਡਾ? ਹਾਂਜੀ, ਅਸੀਂ ਪੁੱਛਣਾ ਸੀਗਾ ਵੀ ਜਿਹੜੇ ਵੈਸਟਰ ਵੀਜ਼ੇ ਜੀ ਚੱਲ ਲੱਗ ਰਹੇ ਨੇ ਜੀ? ਵਿਜ਼ਟਰ ਵੀਜ਼ਾਸ ਲੱਗ ਰਹੇ ਨੇ ਕਿਹੜੀ? ਜੀ ਬਿਲਕੁਲ। ਇਸ ਪ੍ਰੀਤ ਜੀ, ਤੁਸੀਂ ਇਸ ਦਾ ਜਵਾਬ ਦੇਣਾ ਚਾਹੋਗੇ ਟੀਵੀ ਸਕਰੀਨ ਤੇ? ਹਾਂਜੀ, ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਬਿਲਕੁਲ, ਵਿਜ਼ਟਰ ਵੀਜ਼ੇ ਦੀਆਂ ਆਨਲਾਈਨ ਐਪਲੀਕੇਸ਼ਨਸ ਲੱਗ ਰਹੀਆਂ ਨੇ, ਬਟ ਇਹ ਹੈ ਕਿ ਓਵਰਸੀਜ਼ ਤੋਂ ਜਿਹੜੀਆਂ ਆਪਾਂ ਐਪਲੀਕੇਸ਼ਨਸ ਲਗਾ ਰਹੇ ਹਾਂ ਉਹ ਬਾਇਓਮੈਟ੍ਰਿਕ ਨਹੀਂ ਹੈਗੀਆਂ। ਸੋ ਉਹ ਵਾਲੀਆਂ ਮੋਸਟ ਆਫ ਦੀ ਐਪਲੀਕੇਸ਼ਨਸ ਨੇ ਜਿਨ੍ਹਾਂ ਦੇ ਬਾਇਓਮੈਟ੍ਰਿਕਸ ਨਹੀਂ ਹੋਏ ਹੈਗੇ, ਉਹ ਉਹਨਾਂ ਦੀਆਂ ਐਪਲੀਕੇਸ਼ਨਸ ਹੋਲਡ ਤੇ ਜਾ ਰਹੀਆਂ ਨੇ। ਸੋ ਐਪਲੀਕੇਸ਼ਨਸ ਲੱਗ ਰਹੀਆਂ ਨੇ, ਬਟ ਸਾਰਿਆਂ ਦੇ ਰਿਜ਼ਲਟ ਹਜੇ ਨਹੀਂ ਆਏ ਜੀ। ਹੁਣ ਜਿਹੜੇ ਮੈਂ ਥੋੜੇ ਜਿਹੇ ਫੇਸਬੁੱਕ ਤੇ ਕੁਝ ਕੁਐਸਚਨਸ ਜਿਹੜੇ ਨੇ ਮੈਂ ਉਹ ਵੀ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੂੰਗੀ। ਇੱਕ ਸਰਬਜੀਤ ਸੰਧੂ ਨੇ ਉਹਨਾਂ ਨੇ ਕੀਤਾ ਹੋਇਆ, ਇਹਨਾਂ ਨੇ ਕਾਫੀ ਸਾਨੂੰ ਕਮੈਂਟ ਕੀਤਾ ਸੀ। ਉਹਨਾਂ ਨੇ ਕਿਹਾ ਕਿ ਯੂਏ ਤੋਂ ਉਹਨਾਂ ਨੇ ਪੇਪਰ ਅਪਲਾਈ ਕੀਤੇ ਸੀ ਫੈਮਿਲੀ ਵਿਜ਼ਟਰ ਵੀਜ਼ਾ ਲਈ ਕੈਨੇਡਾ ਦੇ, ਤੇ ਉਹਨਾਂ ਨੂੰ 3 ਫਰਵਰੀ ਨੂੰ ਉਹਨਾਂ ਦੇ ਬਾਇਓਮੈਟ੍ਰਿਕ ਵੀ ਹੋ ਗਏ ਸੀ। ਉਹਨਾਂ ਦੇ ਹਸਬੈਂਡ ਯੂਏਈ ਨੇ ਜੌਬ ਕਰਦੇ ਨੇ ਤੇ ਉਹਨਾਂ ਦਾ 11 ਸਾਲ ਦਾ ਇੱਕ ਬੇਟਾ ਵੀ ਹੈ, ਤੇ ਉਹ ਪੁੱਛਣਾ ਚਾਹੁੰਦੇ ਨੇ ਕਿ ਕੀ ਚਾਂਸ ਨੇ ਅਪਰੂਵਲ ਦੇ? ਵੈਲ, ਅਗਰ ਐਪਲੀਕੇਸ਼ਨ ਦੇ ਵਿੱਚ ਸਾਰੀ ਡਾਕੂਮੈਂਟੇਸ਼ਨ ਐਂਡ ਐਵਰੀਥਿੰਗ ਰਿਕੁਆਇਰਮੈਂਟ ਉਹ ਮੀਟ ਕਰਦੇ ਨੇ, ਜਿਵੇਂ ਉਹਨਾਂ ਨੇ ਦੱਸਿਆ ਕਿ ਬਾਇਓਮੈਟ੍ਰਿਕਸ ਵੀ ਉਹਨਾਂ ਦੇ ਹੋ ਚੁੱਕੇ ਨੇ, ਸੋ ਪ੍ਰੋਬੈਬਲੀ ਚਾਂਸਸ ਹੈਗੇ ਨੇ ਕਿ ਉਹਨਾਂ ਦੀ ਐਪਲੀਕੇਸ਼ਨ ਅਪਰੂਵ ਹੋ ਜਾਏਗੀ। ਬਟ ਇਹ ਐਟ ਦੀ ਐਂਡ ਆਫਿਸਰ ਦੇ ਉੱਤੇ ਡਿਪੈਂਡ ਕਰਦਾ ਹੈ, ਪਲੱਸ ਟਾਈਪ ਆਫ ਡਾਕੂਮੈਂਟੇਸ਼ਨ ਕਿਸ ਤਰੀਕੇ ਨਾਲ ਉਹਨਾਂ ਨੇ ਐਪਲੀਕੇਸ਼ਨ ਲਗਾਈ ਹੈ, ਉਹਦੇ ਵਿੱਚ ਜਿਹੜੇ ਵੀ ਕੰਸਰਨਸ ਨੇ, ਉਹਨਾਂ ਦਾ ਰਿਕੁਆਇਰਮੈਂਟ ਕੀ ਹੈ ਇੱਥੇ ਆਉਣ ਦਾ, ਮੀਨਸ ਪਰਪਸ ਕੀ ਹੈ, ਜਾਂ ਉਹਨਾਂ ਦਾ ਫਾਈਨੈਂਸ਼ੀਅਲ ਸਟੇਟਸ ਕੀ ਹੈ, ਇਕਨੋਮਿਕਲ ਸਟੇਟਸ ਕੀ ਹੈ, ਐਵਰੀਥਿੰਗ ਜੇ ਸਾਰਾ ਕੁਝ ਫਾਈਲ ਦੇ ਵਿੱਚ ਪ੍ਰੋਪਰਲੀ ਡਿਸਕ੍ਰਾਈਬ ਹੋਇਆ ਫਿਰ ਡੈਫੀਨਿਟਲੀ। ਐਂਡ ਐਟ ਦੀ ਐਂਡ ਇਹ ਆਫਿਸਰ IRCC ਆਫਿਸਰ ਦੇ ਉੱਤੇ ਹੀ ਡਿਪੈਂਡ ਕਰਦਾ ਜੀ। ਬਿਲਕੁਲ। ਤੇ ਨੈਕਸਟ ਇੱਕ ਕਾਲਰ ਸਾਡੇ ਨਾਲ ਜੁੜ ਗਏ ਨੇ ਹੋਰ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਜੀ ਅਸੀਂ ਬੈਂਟਰ ਤੋਂ ਬੋਲ ਰਹੇ ਹਾਂ, ਕਰਨ ਜੀ। ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ ਮੈਂ ਪੁੱਛਣਾ ਸੀ, ਮੇਰੇ ਹਸਬੈਂਡ ਦੇ ਸਪਾਊਸ ਕੀ ਹੋਵੇਗਾ? ਮੇਰੇ ਹਸਬੈਂਡ ਨੂੰ ਸਪਾਂਸਰ ਕੀਤਾ ਹੈ 2018 ਚ ਫਾਇਲ ਲੱਗੀ ਸੀ ਸਾਡੇ। ਹਾਂਜੀ, ਤੇ ਮੈਂ ਪੁੱਛਣਾ ਸੀ ਵੀ ਸਾਡੇ ਬਾਇਓਮੈਟ੍ਰਿਕ ਕੋਣ ਜਿਹੜਾ ਆਪਣਾ ਸਾਰਾ ਕੁਝ ਕਰਨਾ ਮੈਡੀਕਲ ਉਹਨਾਂ ਨੂੰ ਹੋਇਆ? ਮੈਨੂੰ ਮੈਮ ਤੁਹਾਡਾ ਸਵਾਲ ਸਮਝ ਨਹੀਂ ਆਇਆ, ਇੱਕ ਵਾਰੀ ਦੁਬਾਰਾ ਰਿਪੀਟ ਕਰੋਗੇ ਪਲੀਜ਼? ਤੁਹਾਡੀ ਆਵਾਜ਼ ਨਾ ਥੋੜੀ ਜੀ ਹਮਿੰਗ ਆ ਰਹੀ ਹੈ, ਤੁਸੀਂ ਇੱਕ ਵਾਰੀ ਪਲੀਜ਼ ਕੁਐਸਚਨ ਦੁਬਾਰਾ ਰਿਪੀਟ ਕਰੋਗੇ? ਹਾਂਜੀ ਮੇਰੇ ਹਸਬੈਂਡ ਨੇ ਨਾ ਉਹਨਾਂ ਦੇ ਸਪਾਂਸਰ ਲਾਇਆ ਹੋਇਆ ਸਾਡਾ ਸਪਾਊਸ ਕੇਸ, ਮੇਰੇ ਹਸਬੈਂਡ ਦਾ 2018 ਚ ਤੁਸੀਂ ਫਾਈਲ ਲਗਾਈ ਸੀ ਤੇ ਬਾਇਓਮੈਟ੍ਰਿਕਸ ਹੋ ਚੁੱਕੀ ਹੈ ਜੀ। ਹਾਂਜੀ ਨਹੀਂ, ਬਾਇਓਮੈਟ੍ਰਿਕ ਹੋਏ ਨਹੀਂ ਜੀ ਸਾਡਾ ਮੈਡੀਕਲ। ਮੇਰੇ ਹਸਬੈਂਡ ਦਾ ਪਹਿਲਾਂ ਐਕਸਪਾਇਰ ਹੋਇਆ ਸੀ, ਹੁਣ ਦਾ ਮੈਡੀਕਲ ਦਾ ਸਾਰਾ ਕੁਝ ਹੋ ਗਿਆ ਦੁਆਰੇ। ਤੇ ਫਰਵਰੀ ਚ ਹੋਇਆ ਸੀ ਨਾ ਮੈਡੀਕਲ, ਤੇ ਇਸ ਤੋਂ ਬਾਅਦ ਲੋਕਡਾਊਨ ਹੋ ਗਿਆ ਮਾਰਚ ਚ, ਇਸ ਤੋਂ ਬਾਅਦ ਬਾਇਓਮੈਟ੍ਰਿਕ ਹੀ ਹੋਈ ਸੀ ਜੀ। ਤੇ ਤੁਸੀਂ ਹੁਣ ਇਹ ਤੁਹਾਡਾ ਸਵਾਲ ਕੀ ਤੁਸੀਂ ਪੁੱਛਣਾ ਕੀ ਚਾਹੁੰਦੇ ਹੋ ਇਸ ਤੋਂ ਇਲਾਵਾ? ਵੀ ਹਾਂਜੀ ਵੀ ਸਾਡੇ ਹੋਣਗੇ ਬਾਇਓਮੈਟ੍ਰਿਕ? ਕਹਿੰਦੇ ਸੀ 2018 ਤੋਂ ਬਾਅਦ ਲਾਗ ਹੋਇਆ ਵੀ ਇਹ ਬਾਇਓਮੈਟ੍ਰਿਕ ਦਾ ਸਾਡੇ ਹੋਣਗੇ, ਵੀ ਉਹ ਪੁੱਛਣਾ ਸੀ ਜੀ। ਬਿਲਕੁਲ। ਇਸਪ੍ਰੀਤ ਜੀ, ਤੁਹਾਨੂੰ ਸਵਾਲ ਸਮਝ ਆ ਗਿਆ, ਤੁਸੀਂ ਆਨਸਰ ਦੋਗੇ ਇਹਦਾ ਜਾਂ ਕੁਝ ਪੁੱਛਣਾ ਚਾਹੁੰਦੇ ਹੋ?
ਹਾਂਜੀ ਤੁਸੀਂ ਟੀਵੀ ਮੈਂ ਸਕਰੀਨ answer ਤੇ ਦੇ- ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਵੈਲ ਜਿਵੇਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਬਾਇਓਮੈਟ੍ਰਿਕਸ ਨਹੀਂ ਹੋਏ ਐਂਡ ਐਪਲੀਕੇਸ਼ਨ ਹਜੇ ਪ੍ਰੋਸੈਸਿੰਗ ਦੇ ਵਿੱਚ ਹੈਗੀ ਹੈ, ਸੋ ਡੈਫੀਨਿਟਲੀ ਬਾਇਓਮੈਟ੍ਰਿਕਸ ਦੀ ਰਿਕੁਐਸਟ ਉਹਨਾਂ ਨੂੰ ਆਏਗੀ ਐਂਡ ਉਹਨਾਂ ਨੂੰ ਬਾਇਓਮੈਟ੍ਰਿਕਸ ਕੰਪਲੀਟ ਕਰਕੇ ਦੇਣੇ ਪੈਣਗੇ ਬਿਕਾਜ਼ ਓਵਰਸੀਜ਼ ਤੋਂ ਜੀ ਐਪਲੀਕੇਸ਼ਨ। ਬਿਲਕੁਲ। ਤੇ ਇੱਕ ਆਖਰੀ ਸਵਾਲ ਹਨੀ ਸਿੰਘ ਜੀ ਦਾ ਸੀ ਲੈ ਰਹੇ, ਇਹਨਾਂ ਨੇ ਕਾਫੀ ਵਾਰ ਕਮੈਂਟ ਕੀਤਾ ਹੋਇਆ ਇਹ ਵਰਕ ਵੀਜ਼ਾ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਨੇ। ਇੰਡੀਆ ਵਿੱਚ ਰਹਿ ਰਹੇ ਨੇ ਕਿ ਜੇ ਕੈਨੇਡਾ ਵਿੱਚ ਵਰਕ ਵੀਜ਼ਾ ਲਈ ਅਪਲਾਈ ਕਰਨਾ ਹੋਵੇ ਤਾਂ ਕੀ ਪ੍ਰੋਸੈਸ ਹੋਏਗਾ? ਵੈਲ ਵਰਕ ਵੀਜ਼ਾ ਲਈ ਜੇ ਕੈਨੇਡਾ ਲਈ ਅਪਲਾਈ ਕਰਨਾ ਹੋਵੇ ਡਿਫਰੈਂਟ ਕੈਟਾਗਰੀਜ਼ ਨੇ, ਸਪੈਸ਼ਲੀ ਜੇ ਇੰਡੀਆ ਤੋਂ ਹੈਗੇ ਨੇ ਤਾਂ ਉਹਨਾਂ ਨੂੰ ਜੌਬ ਆਫਰ ਦੇ ਬੇਸਿਸ ਦੇ ਉੱਤੇ ਹੀ ਹੋ ਸਕਦਾ ਆ। ਜੀ। ਐਂਡ ਜੇ ਉਹਨਾਂ ਨੂੰ ਇਸ ਦੇ ਰਿਗਾਰਡਿੰਗ ਕੰਪਲੀਟ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਮੈਂ ਉਹਨਾਂ ਨੂੰ ਇਹੀ ਸੁਜੈਸਟ ਕਰਾਂਗੀ ਕਿ ਆਪਣੀ ਸਾਰੀ ਡਿਟੇਲ ਆਪਣੀ ਐਜੂਕੇਸ਼ਨ ਦੀ, ਵਰਕ ਦੀ ਐਂਡ ਅਗਰ ਉਹ ਮੈਰਿਡ ਹੈਗੇ ਨੇ ਸੇਮ ਡਿਟੇਲ ਆਪਣੇ ਸਪਾਊਸ ਦੀ, ਜੇ ਕਦੇ ਆਇਲਸ ਕੀਤਾ ਜਾਂ ਹੋਰ ਜਿਹੜੀ ਵੀ ਟਰੈਵਲ ਹਿਸਟਰੀ ਹੈਗੀ ਹੈ ਸਾਰੀ ਸਾਨੂੰ ਸਾਡੀ ਈਮੇਲ ਦੇ ਉੱਤੇ ਇੱਕ ਵਾਰ ਸੈਂਡ ਕਰ ਦੇਣ, ਸੋ ਆਪਾਂ ਪ੍ਰੋਪਰਲੀ ਉਹਨੂੰ ਸਟੱਡੀ ਕਰਕੇ ਉਹਨਾਂ ਨੂੰ ਸੁਜੈਸਟ ਕਰ ਸਕਦੇ ਹਾਂ ਕਿ ਉਹਨਾਂ ਵਾਸਤੇ ਬੈਸਟ ਆਪਸ਼ਨ ਕੀ ਹੋ ਸਕਦਾ ਜੀ ਹੈ। ਬਿਲਕੁਲ। ਤੇ ਇਸ ਪ੍ਰੀਜ ਇਸ ਵਕਤ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੇ ਆਪਣੀ ਈਮੇਲ ਆਈਡੀ ਵੀ ਜ਼ਰੂਰ ਪ੍ਰੋਵਾਈਡ ਕਰਵਾ ਦਿਓ। ਹਾਂਜੀ, ਸਾਡੀ ਈਮੇਲ ਆਈਡੀ ਹੈਗੀ ਹੈ worldgateway.immigration@yahoo.com ਜਾਂ ਫਿਰ wgimmigration.toronto@gmail.com। ਠੀਕ ਹੈ ਜੀ। ਐਂਡ ਮੈਂ ਸਾਰੇ ਦੇਖ ਰਹੇ ਕਾਲਰਸ ਨੂੰ ਇਹੀ ਸੁਜੈਸਟ ਕਰਨਾ ਚਾਹਾਂਗੀ ਕਿ ਜੇ ਸਭ ਤੋਂ ਪਹਿਲੀ ਗੱਲ ਕਿ ਆਪਣੇ ਸਟੇਟਸ ਦਾ ਤੁਸੀਂ ਧਿਆਨ ਰੱਖੋ। ਨੋ ਡਾਊਟ ਕੋਵਿਡ ਦੀ ਸਿਚੁਏਸ਼ਨ ਹੈ ਬਟ ਈਵਨ ਦੈਨ ਸਟੇਟਸ ਨੂੰ ਐਕਸਪਾਇਰ ਨਹੀਂ ਹੋਣ ਦੇਣਾ ਹੈਗਾ, ਉਹਨੂੰ ਆਪਣਾ ਸਟੇਟਸ ਮੇਨਟੇਨ ਕਰਕੇ ਰੱਖੋ। ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਕੁਐਸਚਨ ਹੈ, ਭਾਵੇਂ ਸਟੂਡੈਂਟਸ ਦੇ ਰਿਲੇਟਡ ਹੈ, ਭਾਵੇਂ ਵਰਕ ਪਰਮਿਟਸ ਦੇ ਰਿਲੇਟਡ ਹੈ, ਭਾਵੇਂ ਪਰਮਨੈਂਟ ਰੈਜ਼ੀਡੈਂਸੀ ਦੇ ਰਿਲੇਟਡ ਹੈ, ਸਾਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ ਜਾਂ ਫਿਰ ਈਮੇਲ ਕਰ ਸਕਦੇ ਹੋ ਆਪਣੀ ਡਿਟੇਲ ਐਂਡ ਵੀ ਆਰ ਮੋਰ ਦੈਨ ਹੈਪੀ ਟੂ ਅਸਿਸਟ ਯੂ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਐਸਪੀ ਜੀ, ਤੁਸੀਂ ਪ੍ਰੋਗਰਾਮ ਵਿੱਚ ਸਾਡਾ ਸਾਥ ਦਿੱਤਾ ਤੇ ਜ਼ੋਰਾ ਜੀ ਨੇ ਵੀ ਸਾਡੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸੋ ਦਰਸ਼ਕਾਂ ਨੂੰ ਵੀ ਇਹੀ ਅਪੀਲ ਹੈ ਜੀ, ਇਸ ਵਕਤ ਤੁਸੀਂ ਕੈਨੇਡਾ ਵਿੱਚ ਹੈਗੇ ਹੋ, ਇਸ ਵਕਤ ਇਮੀਗ੍ਰੇਸ਼ਨ ਸੰਬੰਧੀ ਤੁਸੀਂ ਕੋਈ ਵੀ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਰਲਡ ਗੇਟਵੇ ਇਮੀਗ੍ਰੇਸ਼ਨ ਦੇ ਟੋਰਾਂਟੋ ਸਥਿਤ ਆਫਿਸ ਦੇ ਵਿੱਚ ਜਾਂ ਫਿਰ ਵਿਨੀਪੈਗ ਸਥਿਤ ਆਫਿਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਨੰਬਰਸ ਅਸੀਂ ਤੁਹਾਨੂੰ ਨੀਚੇ ਪ੍ਰੋਵਾਈਡ ਕਰਵਾਏ ਦਿੱਤੇ ਨੇ ਟੋਰਾਂਟੋ ਤੇ ਵਿਨੀਪੈਗ ਦੇ ਆਫਿਸ ਦੇ। ਸੋ ਦਰਸ਼ਕਾਂ ਨੂੰ ਇਹੀ ਇੱਕ ਗੁਜ਼ਾਰਿਸ਼ ਜ਼ਰੂਰ ਹੈ ਕਿ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਜਿੰਨੀ ਦੇਰ ਤੱਕ ਲਾਈਵ ਪ੍ਰੋਗਰਾਮ ਆ ਟਿਲ ਦੈਟ ਟਾਈਮ ਤੁਸੀਂ ਸਾਨੂੰ ਆਫਿਸ ਦੇ ਵਿੱਚ ਜਾਂ ਫਿਰ ਸਾਡੇ WhatsApp ਨੰਬਰ ਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਜੇ ਤੁਸੀਂ ਇਸ ਨੂੰ YouTube ਜਾਂ ਅਪਲੋਡ ਕੀਤੇ ਹੋਏ ਪ੍ਰੋਗਰਾਮ ਨੂੰ ਵੇਖ ਰਹੇ ਹੋ ਤਾਂ ਉਸ ਦੌਰਾਨ ਤੁਸੀਂ ਵਰਲਡ ਗੇਟਵੇ ਇਮੀਗ੍ਰੇਸ਼ਨ ਦੇ ਆਫਿਸ ਹੀ ਸੰਪਰਕ ਕਰਿਓ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।